ਅਸੀਂ ਪਿਛਲੇ ਕੁਝ ਸਮੇਂ ਤੋਂ ਗੁਰਬਾਣੀ ਅਤੇ ਜਿਹੜਾ ਮਾਡਰਨ ਲਿਟਰੇਚਰ ਹੈ ਇਹਦੇ ਬਾਬਤ ਕਾਫੀ ਬਾਤ ਪਾਈ, ਆਪ ਸਮੂਹ ਨੇ ਇਸਨੂੰ ਪਸੰਦ ਕੀਤਾ, ਉਹਦੇ ਲਈ ਵੀ ਧੰਨਵਾਦ। ਹੁਣ ਆਪਾਂ ਜਿਹੜੀ ਬਾਤ ਕਰਨੀ ਹੈਗੀ ਉਹ ਹੈਗੀ ਹੈ ਕਿ ਜੋ ਅਸੀਂ ਵੈਸਟਰਨ ਵਰਲਡ ਦੇ ਵਿੱਚ ਜਾਂ ਡਾਇਸਪੋਰਾ ਦੇ ਵਿੱਚ ਆਪਣੀ ਕਮਿਊਨਿਟੀ ਨੂੰ, ਆਪਣੇ ਸਮਾਜ ਨੂੰ ਵੇਖਦੇ ਹਾਂ, ਵਿਚਰਦਿਆਂ ਹੋਇਆਂ, ਅਤੇ ਬੀਇੰਗ ਏ ਗੁਰਬਾਣੀ ਦੇ ਵਿਆਖਿਆਕਾਰ ਇਹਦੇ ਰੂਪ ਵਿੱਚ ਕਹਿ ਲਓ ਜਾਂ ਇੱਕ ਕਾਉਂਸਲਰ ਦੇ ਤੌਰ 'ਤੇ ਮੈਂ ਦੇਖ ਰਿਹਾ ਕਿ ਸਾਡੀਆਂ ਜਿਹੜੀਆਂ ਰਿਸ਼ਤੇ ਨਾਤੇ ਸੰਬੰਧ ਨੇ ਇਹਨਾਂ ਦੇ ਵਿੱਚ ਬੜਾ ਅਸੀਂ ਦਰਾਰਾਂ ਦੇਖ ਰਹੇ ਹਾਂ, ਬੜੀ ਕਸ਼ਮਕਸ਼ ਦੇਖ ਰਹੇ ਹਾਂ। ਇਹ ਹਮੇਸ਼ਾ ਤੋਂ ਰਹੀ, ਨੋ ਡਾਊਟ। ਗੁਰਬਾਣੀ ਨੂੰ ਪੜ੍ਹੀਏ ਅਤੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਹੈ, ਪੂਤ ਕਾਹੇ ਕੋ ਝਗੜਤ ਹੋ ਸੰਗ ਬਾਪ, ਜਿਨ ਕੇ ਜਿਣੇ ਵਡੇਰੇ ਤੁਮ ਹੋ ਤਿਨ ਸਿਉ ਝਗੜਤ ਪਾਪ। ਬਾਪ ਅਤੇ ਪੁੱਤ ਦੇ ਝਗੜੇ ਦੀ ਗੱਲ ਕੀਤੀ ਜਾ ਰਹੀ ਹੈ, ਮਾਂ ਅਤੇ ਧੀ ਦੇ ਝਗੜੇ ਦੀ ਗੱਲ ਕੀਤੀ ਜਾ ਰਹੀ ਹੈ, ਖਾਨਦਾਨਾਂ ਦੇ ਵਿੱਚ, ਕੁੜਮਿਆਂ ਦੇ ਵਿੱਚ, ਪੂਰੇ ਕੁਟੁੰਬ ਦੇ ਵਿੱਚ ਝਗੜੇ ਦੀ ਬਾਤ ਕੀਤੀ ਜਾ ਰਹੀ ਹੈ। ਕਈ ਵਾਰ ਲੋਕ ਫਿਰ ਉਸਨੂੰ ਕਬਾਇਲੀ ਕਲਚਰ ਦੇ ਨਾਲ, ਬੜੇ ਇੱਕ ਕਹਿ ਲਓ ਕਿ ਟਰਾਈਬਸ ਕਲਚਰ ਦੇ ਨਾਲ ਜੋੜ ਕੇ ਵੀ ਦੇਖਦੇ ਹੋ ਸਾਰੇ ਰੂਪ ਦੇ ਵਿੱਚ। ਰਿਲੇਸ਼ਨਸ਼ਿਪ ਡੀਲਿੰਗ ਜਿਹੜੀ ਹੈ ਇਹ ਸਭ ਤੋਂ ਵੱਡਾ ਇਸ਼ੂ ਮੰਨਿਆ ਗਿਆ ਹੈ ਡਾਇਸਪੋਰਾ ਦੇ ਵਿੱਚ ਬੈਠੇ ਹੋਏ ਲੋਕਾਂ ਵਾਸਤੇ, ਐਥਨਿਕ ਕਮਿਊਨਿਟੀ ਦੇ ਅੰਦਰ। ਇਹਨਾਂ ਦੀਆਂ ਜਿਹੜੀਆਂ ਤੰਦਾਂ ਨੇ ਬੜੀਆਂ ਪੀਡੀਆਂ ਵੀ ਨੇ, ਗਹਿਰੀਆਂ ਵੀ ਨੇ, ਪਰ ਉਹਦੇ ਨਾਲ ਨਾਲ ਕੱਚੀਆਂ ਵੀ ਬਹੁਤ ਨੇ। ਮਤਲਬ ਬਾਬਾ ਫਰੀਦ ਜੀ ਦਾ ਬਚਨ ਹੈ, ਗੰਢੇਂਦਿਆਂ 6 ਮਾਹ ਤੁੜੇਂਦਿਆਂ ਇੱਕ ਖੇਨੋ, ਵੀ ਚੀਜ਼ਾਂ ਗੰਢਦਿਆਂ ਟੁੱਟਦਿਆਂ ਮਤਲਬ ਦੇਰੀ ਲੱਗਦੀ ਕੋਈ ਨਹੀਂ ਉਹ ਸਾਰੇ ਰੂਪ ਦੇ ਅੰਦਰ। ਸੋ ਇਹ ਸਾਰੇ ਪਰਿਪੇਖ ਦੇ ਵਿੱਚ ਅੱਜ ਅਸੀਂ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਅਤੇ ਅੱਜ ਦੀ ਜਿਹੜੀ ਸੁਸਾਇਟੀ ਹੈ ਉਸ ਸਾਰੇ ਦੇ ਪੱਖ ਤੋਂ ਅਸੀਂ ਨਜ਼ਰਸਾਨੀ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਪਿਛਲੇ ਕੁਝ ਐਪੀਸੋਡ ਤੋਂ ਲਗਾਤਾਰ ਜਿਵੇਂ ਵੀਰ ਜੀ ਰਾਜਵਿੰਦਰ ਸਿੰਘ ਜੀ UK ਬੇਸਡ ਚਾਰਟਰ ਸਾਈਕੋਲੋਜਿਸਟ ਹੈਗੇ ਨੇ, 30 ਸਾਲ ਤੋਂ ਵੱਧ ਦਾ ਤਜਰਬਾ ਹੈਗਾ, ਮਨੁੱਖੀ ਵਿਹਾਰ ਕਿਰਦਾਰ ਨੂੰ ਬੜੀ ਗਹਿਰੀ ਨਜ਼ਰ ਦੇ ਨਾਲ ਦੇਖਦੇ ਨੇ, ਗੁਰਬਾਣੀ ਬਾਰੇ ਵੀ ਬੜੀ ਚੰਗੀ ਜਾਣਕਾਰੀ ਰੱਖਦੇ ਨੇ। ਸਾਡੇ ਸਮਾਜ ਦੇ ਨਾਲ ਵਾਬਸਤਗੀ ਉਹਨਾਂ ਦੀ ਡੈਫੀਨੇਟਲੀ, ਸਮਾਜ ਵਿੱਚ ਰਹਿੰਦੇ ਜੀਂਦੇ ਵਿਚਰਦੇ, ਅਤੇ ਇਕੱਲੇ ਇੱਕ ਸਾਈਕੋਲੋਜਿਸਟ ਨਹੀਂ ਹੈਗੇ, ਇੱਕ ਫਾਦਰ ਵੀ ਹੈਗੇ ਨੇ, ਇੱਕ ਹਸਬੈਂਡ ਵੀ ਹੈਗੇ ਨੇ, ਇੱਕ ਸਨ ਦੇ ਤੌਰ 'ਤੇ, ਇੱਕ ਬ੍ਰਦਰ ਦੇ ਤੌਰ 'ਤੇ, ਮਤਲਬ ਸਮਾਜ ਦੇ ਸਾਰੇ ਰੋਲ ਵੀ ਨਾਲ ਦੀ ਨਾਲ ਪਲੇ ਕਰ ਰਹੇ ਨੇ। ਸੋ ਆਓ ਉਹਨਾਂ ਦੇ ਨਾਲ ਅਸੀਂ ਅੱਜ ਦੀ ਇਹ ਬਾਤ ਪਾਵਾਂਗੇ। ਸਭ ਤੋਂ ਪਹਿਲਾਂ ਵੀਰ ਜੀ ਨੂੰ ਜੀ ਆਇਆਂ ਨੂੰ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰੀਕੇ ਨਾਲ ਆਪਨੇ ਸਾਰੀ ਬਾਤ ਸੁਣੀ ਹੈ, ਰਿਲੇਸ਼ਨਸ਼ਿਪ ਡੀਲਿੰਗ ਇਹਨੂੰ ਕਿਹਾ ਗਿਆ ਕਿ ਇਟਸ ਕਾਈਂਡ ਆਫ ਬ੍ਰੋਕਨ ਐਟ ਪ੍ਰੈਜ਼ੈਂਟ, ਟੁੱਟ ਚੁੱਕੀ ਹੈ ਸਾਰੇ ਰੂਪ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਇਸ ਬਾਬਤ ਤੁਸੀਂ ਬਾਤ ਕਹੋਗੇ ਕਿ ਇਹ ਜਿਹੜੀ ਆਬਜ਼ਰਵੇਸ਼ਨ ਹੈ ਕਿ ਰਿਲੇਸ਼ਨਸ਼ਿਪ ਡੀਲਿੰਗ ਜਿਹੜੀ ਹੈ ਸਾਡੀ ਬ੍ਰੇਕ ਹੋ ਚੁੱਕੀ ਹੈ ਜਾਂ ਬ੍ਰੇਕ ਹੋ ਰਹੀ ਹੈ, ਇਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਰਿਲੇਸ਼ਨਸ਼ਿਪ ਡੀਲਿੰਗ ਜਿਹੜੀ ਹੈਗੀ ਨਾ ਇੱਕ ਤਰ੍ਹਾਂ ਦੀ ਟ੍ਰਾਂਜੈਕਸ਼ਨ ਜੀ ਬਣ ਗਈ, ਜਿਹਦੇ 'ਚ ਹੈਗਾ ਕਿ ਮੈਨੂੰ ਕੁਛ ਮਿਲਦਾ ਅਤੇ ਮੈਂ ਕੁਛ ਉਹਦੇ ਮੁਤਾਬਕ ਦਿੰਦਾ। ਜਿੱਥੇ ਕਿ ਪਹਿਲਾਂ ਸੀਗਾ ਕਿ ਸਾਡੇ ਅਸੀਂ ਰਿਲੇਸ਼ਨਸ਼ਿਪ ਸੀਗੀ ਕਿ ਰੋਲ ਦੇ ਨਾਲ ਆਉਂਦੀ ਸੀਗੀ, ਉਸ ਰੋਲ ਦੇ ਵਿੱਚ ਮਾਂ ਦਾ ਰੋਲ ਸੀਗਾ ਜਾਂ ਪਤਨੀ ਦਾ ਰੋਲ ਸੀਗਾ ਜਾਂ ਭੈਣ ਦਾ ਰੋਲ ਸੀਗਾ, ਅਸੀਂ ਅਦਾ ਕਰਦੇ ਸੀਗੇ। ਹੁਣ ਹੈਗਾ ਕਿ ਮੈਨੂੰ ਮਿਲਣਾ ਕੀ ਹੈ ਇਹਦੇ ਵਿੱਚੋਂ, ਮੈਂ ਕਿੰਨੀ ਕੁ ਇਨਵੈਸਟ ਕਰਾਂ ਅਤੇ ਕਿੰਨਾ ਕੁ ਮੈਨੂੰ ਮਿਲੇ। ਐਕਚੁਅਲੀ ਜੋ ਤੁਸੀਂ ਗੱਲ ਕਰ ਰਹੇ ਸੀ ਮੈਨੂੰ ਇੱਕ ਹੋਰ ਰਿਸਰਚ ਯਾਦ ਆਈ ਜਿਹੜੀ ਕਿ ਸਾਊਥ ਅਫਰੀਕਾ ਵਿੱਚ ਕੀਤੀ ਸੀ। ਉਹਨਾਂ ਨੇ ਕੀਤੀ ਸੀ ਜਿਹੜੇ ਟੀਨੇਜ ਐਲੀਫੈਂਟਸ ਦੇ, ਕਿਉਂਕਿ ਉਹ ਹੋਇਆ ਕੀ ਹੈ ਕਿ ਪੋਚਰਸ ਨੇ ਜਿਹੜੇ ਮੇਲ ਅਤੇ ਮੈਚੋਰ ਐਲੀਫੈਂਟ ਸੀ ਨਾ, ਬੋਥ ਮੇਲ ਐਂਡ ਫੀਮੇਲ, ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਅਤੇ ਉਹ ਜਿਹੜੇ ਬੱਚੇ ਸੀਗੇ, ਜਿੰਨਾ ਚਿਰ ਬੱਚੇ ਰਹੇ ਕਿਊਟ ਸੀਗੇ, ਇੱਕ ਦੂਜੇ ਨਾਲ ਪਲੇ ਫਾਈਟ ਕਰਦੇ ਸੀਗੇ, ਪਰ ਜਦੋਂ ਬੜੇ ਹੋ ਗਏ ਨਾ, ਥੋੜ੍ਹਾ ਜਿਹਾ ਵੀ ਉਹ ਟੀਨੇਜ ਈਅਰਸ ਪਹੁੰਚ ਗਏ, ਤਾਂ ਉਹ ਇੱਕ ਦੂਜੇ ਨੂੰ ਮਾਰਨ ਲੱਗ ਪਏ। ਅਤੇ ਮਾਰਦੇ ਵੀ ਐਸੇ ਤੌਰ 'ਤੇ ਸੀਗੇ ਕਿ ਲੜਕੀਆਂ ਨੂੰ ਵੀ, ਲੜਕੀਆਂ ਐਲੀਫੈਂਟਸ ਨੂੰ ਉਹਨਾਂ ਨੇ ਜ਼ਿਆਦਾ ਮਾਰਨਾ, ਬੁਲੀ ਕਰਨਾ, ਅਤੇ ਜਿਹੜੇ ਕਮਜ਼ੋਰ ਐਲੀਫੈਂਟ ਸੀਗੇ ਉਹਨਾਂ ਦੇ ਵਿੱਚ ਉਹਨਾਂ ਨੂੰ ਵੀ ਮਾਰਨਾ ਸ਼ੁਰੂ ਕਰਤਾ। ਅਖੀਰ 'ਚ ਹੋਇਆ ਕਿ ਉਹਨਾਂ ਨੇ ਗੇਮ ਵੀ ਆਪਣੇ ਪਾਰਕ ਵਾਲਿਆਂ ਨੇ ਨਾ ਉੱਥੇ ਮੈਚੋਰ ਐਡਲਟਸ ਲਿਆਉਣੇ ਸ਼ੁਰੂ ਕਰ ਦਿੱਤੇ। ਜਦੋਂ ਮੈਚੋਰ ਐਡਲਟਸ ਲਿਆਉਣੇ ਸ਼ੁਰੂ ਕਰ ਦਿੱਤੇ ਨਾ, ਤਾਂ ਮੈਚੋਰ ਐਡਲਟਸ ਨੇ ਉਹਨਾਂ ਨੂੰ ਹੌਲੀ ਹੌਲੀ ਪਿੱਛੇ ਖਿੱਚਣਾ ਸ਼ੁਰੂ ਕਰ ਦਿੱਤਾ ਵੀ ਖਬਰਦਾਰ ਜੇ ਅਕਲ ਕੀਤੀ, ਆਹ ਠੀਕ ਨਹੀਂ ਹੈਗਾ। ਜਦੋਂ ਆਪਾਂ ਰਿਲੇਸ਼ਨਸ਼ਿਪਸ ਦੀ ਗੱਲ ਕਰਦੇ ਹਾਂ ਨਾ, ਕਿ ਅੱਗੇ ਪਰਿਵਾਰਾਂ 'ਚ ਸਾਡੇ ਮੈਂਟਰਸ ਹੁੰਦੇ ਸੀਗੇ, ਅਤੇ ਉਹਨਾਂ ਮੈਂਟਰਸ ਨੂੰ ਅਸੀਂ ਦੇਖਣਾ ਵੀ ਉਹਨਾਂ ਨੇ ਕਿਵੇਂ ਨਜਿੱਠਣਾ ਹੈਗਾ, ਪਰਿਵਾਰ ਨੂੰ ਕਿਵੇਂ ਗੱਲ ਕਰਨੀ ਹੈ। ਅਤੇ ਠੀਕ ਹੈ, ਸਾਨੂੰ ਉੱਥੋਂ ਮਹਿਸੂਸ ਵੀ ਹੁੰਦਾ ਸੀ ਕਈ ਵਾਰੀ ਵੀ ਇਹ ਤਾਂ ਹਮੇਸ਼ਾ ਗੁੱਸੇ 'ਚ ਭਰੇ ਰਹਿੰਦੇ ਨੇ, ਪਰ ਕਮ ਸੇ ਕਮ ਉਹ ਮਾਡਲ ਜਿਹੜਾ ਹੁੰਦਾ ਸੀ ਨਾ, ਉਹਦੇ 'ਚ ਸਾਨੂੰ ਇਹ ਮਿਲਦਾ ਸੀਗਾ ਕਿ ਮੈਂ ਇੱਦਾਂ ਦਾ ਨਹੀਂ ਕਰਨਾ ਹੈਗਾ।
ਹੁਣ ਉਹ ਹੋਇਆ ਹੈਗਾ ਕਿ ਉੱਥੇ ਮਾਡਲ ਤਾਂ ਉਹ ਹੈ ਨਹੀਂ, ਬਾਕੀ ਸਾਰੇ ਬਿਜ਼ੀ ਬਹੁਤ ਹੋ ਗਏ ਅਤੇ ਉਹ ਬਿਜ਼ੀ ਲਾਈਫ ਦੇ ਵਿੱਚ ਬਸ ਉਹ ਟਾਈਮ ਨਾ ਰਿਹਾ ਕਿ ਅਸੀਂ ਕੁਛ ਬਿਲਡ ਕਰੀਏ। ਉੱਥੇ ਬਸ ਆਹੀ ਹੈ, ਟ੍ਰਾਂਜੈਕਸ਼ਨ ਰਹਿ ਗਈ। ਮੈਂ ਆਹ ਕਰੂੰਗੀ, ਤੁਸੀਂ ਆਹ ਕਰ ਦਿਓ, ਮੈਂ ਇੰਨਾ ਕਰੂੰ, ਉਹ ਇੱਦਾਂ ਕਰ ਦਿਓ। ਤੁਸੀਂ ਜਿਹੜੀ ਬਾਤ ਕੀਤੀ ਹੈ ਮੈਂਟਰਿੰਗ ਦੀ, ਹੈ ਨਾ, ਮਤਲਬ ਕਮਾਲ ਦਾ ਤੁਸੀਂ ਜਿਹੜਾ ਐਗਜ਼ਾਮਪਲ ਕੀਤੀ ਇੱਥੇ ਕਿ ਮੈਂਟਰਿੰਗ ਸਿਰਫ ਇਤਨਾ ਹੀ ਨਹੀਂ ਸੀ ਹੁੰਦਾ ਕਿ ਉਸਨੇ ਚੰਗਾ ਕਰਕੇ ਵਿਖਾਉਣਾ ਆ। ਚੰਗੇ ਕਰਕੇ ਵਿਖਾਣੇ ਨੂੰ ਤੇ ਡੈਫੀਨੇਟਲੀ ਉਸ ਨੂੰ ਪੈਟਰਨ ਬਣਾਇਆ ਜਾਏਗਾ, ਕਾਪੀ ਕੀਤਾ ਜਾਏਗਾ, ਅੱਗੇ ਲੈ ਕੇ ਚੱਲਿਆ ਜਾਏਗਾ। ਪਰ ਜੇ ਚੰਗਾ ਨਹੀਂ ਵੀ ਹੋ ਰਿਹਾ, ਮੈਂਟਰ ਸਿਰਫ ਇਹ ਨਹੀਂ ਕਿ ਹਰ ਵਕਤ ਚੰਗਾ ਹੀ ਕਰ ਰਿਹਾ, ਜੇ ਉਹ ਚੰਗਾ ਨਹੀਂ ਵੀ ਕਰ ਰਿਹਾ ਤੇ ਐਟਲੀਸਟ ਮੈਨੂੰ ਆਈਡੀਆ ਮਿਲ ਗਿਆ ਕਿ ਜਦੋਂ ਮੈਂ ਇਸ ਰੋਲ ਦੇ ਵਿੱਚ ਹੈਗਾ ਆ ਜਾਂ ਜਦੋਂ ਮੈਂ ਇਸ ਰੋਲ ਨੂੰ ਜਿਹੜਾ ਪਲੇ ਕਰਨਾ ਆ ਜਾਂ ਪੇ ਬੈਕ ਕਰਨਾ ਆ, ਮੈਂ ਇਸ ਤਰੀਕੇ ਨਾਲ ਪਲੇ ਨਹੀਂ ਕਰਨਾ। ਸੋ ਸਿੱਖਿਆ ਇੱਕ ਮਲਟੀ ਡਾਇਮੈਂਸ਼ਨਲ ਵੇ ਦੇ ਨਾਲ ਆ ਰਹੀ ਹੈ। ਇੱਕ ਜਿਹੜੀ ਸੁਪਰਵਿਜ਼ਨ ਹੋ ਰਹੀ ਹੈ ਪਰਿਵਾਰ ਦੇ ਵਿੱਚ, ਜਾਂ ਜਿਹੜੇ ਕੋਈ ਵੱਡੇ ਜਿਹੜੇ ਅਡਲਟਸ ਦੀ ਗੱਲ ਕੀਤੀ ਗਈ, ਜਿਹੜੇ ਐਲਡਰਸ ਨੇ, ਇਫ ਦੇ ਆਰ ਪਲੇਇੰਗ ਦੇਅਰ ਰੋਲਸ, ਐਂਡ ਹਾਲਾਂਕਿ ਅਸੀਂ ਜਿਹੜੇ ਉਸ ਪਰਿਵਾਰ ਦੇ ਛੋਟੇ ਰੂਪ ਦੇ ਵਿੱਚ ਹੈਗੇ ਆ, ਛੋਟੇ ਰਿਸ਼ਤਿਆਂ ਕਰਕੇ, ਉਮਰ ਕਰਕੇ, ਉਹ ਜਸਟ ਆਬਜ਼ਰਵ ਕਰ ਰਹੇ ਨੇ, ਤਾਂ ਆਬਜ਼ਰਵੇਸ਼ਨ ਦੇ ਵਿੱਚੋਂ ਕਹਿ ਰਹੇ ਹੈਗੇ ਨੇ ਕਿ ਇਹ ਰੋਲ ਠੀਕ ਨਹੀਂ ਗਾ ਪਲੇ ਕੀਤਾ। ਪਰ ਯੂ ਨੋ ਜਦੋਂ ਮੈਂ ਇਸ ਰੋਲ ਤੇ ਪਹੁੰਚਾਂਗਾ ਮੈਂ ਐਵੇਂ ਨਹੀਂ ਬਲਕਿ ਸਹੀ ਰੂਪ ਵਿੱਚ ਪਲੇ ਕਰਾਂਗਾ। this was actually kind of main thing of mentoring, ਜਿਹੜੀ ਕਿ ਵੱਡੇ ਲੈਵਲ ਤੇ ਹੁਣ ਅਸੀਂ ਦੇਖ ਰਹੇ ਹਾਂ ਕਿ ਮਿਸ ਹੋ ਗਈ ਡਿਊ ਟੂ, ਤੁਸੀਂ ਕਿਹਾ ਕਿ ਟਾਈਮ ਨਹੀਂ ਰਿਹਾ, ਨਿਊਕਲੀਅਰ ਫੈਮਲੀਜ਼ ਕਰਕੇ। ਤੁਸੀਂ ਇਹਦੇ ਮਿਸ ਹੋਣ ਦਾ ਕਾਰਨ ਕੀ ਦੇਖ ਰਹੇ ਹੋ ਇਹਦੇ ਵਿੱਚ? ਇੱਕ ਤਾਂ ਹੈਗਾ ਜੀ ਨਿਊਕਲੀਅਰ ਫੈਮਲੀਜ਼ ਹੋ ਗਿਆ, ਦੂਜਾ ਹੋ ਗਿਆ ਕਿ ਸੈਲਫ ਸੈਂਟਰਡਨੈਸ ਬਹੁਤ ਆ ਗਈ। ਅਸੀਂ ਬਸ ਆਪਣੇ ਵਿੱਚ ਖੁਸ਼ ਰਹਿਣਾ ਚਾਹੁੰਦੇ ਹਾਂ। ਅਸੀਂ ਬਾਹਰ, ਕਿਉਂਕਿ ਬਾਹਰ ਮੁਸੀਬਤ ਆ, ਦੇਣਾ ਲੈਣਾ, ਇਹ ਮੁਸੀਬਤਾਂ ਪੈ ਗਈਆਂ ਵੀ ਅੱਛਾ ਇਹ ਜਾਂ ਕਰਨਾ ਪੈਣਾ, ਜਿੱਥੇ ਕਿ ਆਪਣੀ ਲਾਈਫ ਦੇ ਵਿੱਚ ਸੈਟਿਸਫੈਕਸ਼ਨ ਦੀ ਆ ਗਈ ਕਿ ਅਸੀਂ ਤਾਂ ਠੀਕ ਹਾਂ, ਉਹ ਰੁਲਦੇ ਆ, ਸਾਡੇ ਨਾਲ ਕੁਛ ਨਹੀਂ ਹੈਗਾ, ਉਹ ਰੁਲਦੇ ਨੇ, ਪਰ ਅਸੀਂ ਆਪਣਾ ਦੇਖਣਾ, ਆਪਣਾ ਸੰਭਾਲਣਾ। ਉਹਦੇ 'ਚ ਉਹ ਜਿਹੜੀ ਚੀਜ਼ ਸੀਗੀ ਕਿ ਜਿੱਥੇ ਪਰਿਵਾਰਕ ਤੌਰ 'ਤੇ ਜੇ ਐਕਸਟੈਂਡਡ ਫੈਮਿਲੀ ਸੀਗੀ ਤਾਂ ਨਗੋਸ਼ੀਏਸ਼ਨ ਬਹੁਤ ਹੁੰਦੀ ਸੀਗੀ, ਕਿਉਂਕਿ ਚਾਹੇ ਭਰਾ ਇੱਕ ਦੂਜੇ ਨਾਲ ਗੱਲ ਕਰਨ ਨਾ ਕਰਨ, ਪਰ ਇੱਕ ਇਕੱਠੇ ਰਹਿੰਦੇ ਸੀ। ਪਤਾ ਸੀ ਕਿ ਬਾਪ ਨੂੰ ਜੇ ਪਤਾ ਲੱਗ ਗਿਆ ਅਸੀਂ ਬੋਲਦੇ ਨਹੀਂ ਹੈਗੇ ਤਾਂ ਬਾਪ ਨੇ ਗੁੱਸੇ ਹੋਣਾ। ਸੋ ਸਾਨੂੰ ਬਾਪ ਦੇ ਲਈ ਕਰਨਾ ਪੈਂਦਾ ਸੀ ਨੈਗੋਸ਼ੀਏਟ ਆਪਣੇ ਇੱਕ ਦੂਜੇ ਨਾਲ ਵੀ ਹਾਂ ਦੇਖ ਮੈਂ ਤੇਰੇ ਰਾਜ ਨਹੀਂ ਆਉਂ, ਤੂੰ ਮੇਰੇ ਰਾਜ ਨਹੀਂ, ਪਰ ਆਪਾਂ ਗੱਲ ਕਰਨੀ ਹੈ, ਆਪਾਂ ਇੱਦਾਂ ਕਰਨਾ, ਸਮਝੌਤਾ ਵੀ ਕਰਨਾ, ਸਾਂਝ ਵੀ ਪਾਉਣੀ ਹੈ। ਪਤਾ ਸੀ ਵੀ ਇੱਕ ਚੀਜ਼ਾਂ ਕਰਨੀਆਂ ਪੈਣੀਆਂ ਨੇ ਕਿਉਂਕਿ ਬਾਪ ਬੈਠਾ, ਦਾਦਾ ਬੈਠਾ। ਸੋ ਉਹ ਚੀਜ਼ਾਂ ਲਈ ਸਾਨੂੰ ਇੱਕ ਦੂਜੇ ਨਾਲ ਉਹ ਨੈਗੋਸ਼ੀਏਟ ਜਿਹੜਾ ਕਰਨ ਸੀ ਨਾ, ਐਕਚੁਅਲੀ ਜਿਹੜੀ ਪਰਿਵਾਰਕ ਦੇਣ ਹੈਗੀ ਹੈ ਉਹ ਹੈਗੀ ਕਿ ਸਾਨੂੰ ਸਮਾਜ ਲਈ, ਦੁਨੀਆ ਲਈ ਤਿਆਰੀ ਕਰਦੀ ਹੈ। ਅਤੇ ਰਿਲੇਸ਼ਨਸ਼ਿਪ ਬਿਲਡਿੰਗ ਇੱਥੋਂ ਹੁੰਦੀ ਹੈ ਕਿ ਹਾਂ ਮੈਂ ਕਿਵੇਂ ਕਿਸ ਨਾਲ ਗੱਲ ਕਰਨੀ ਹੈ, ਮਾਂ ਦੇ ਨਾਲ ਕਿਸ ਤਰ੍ਹਾਂ ਗੱਲ ਕਰਨੀ ਹੈ, ਦਾਦੀ ਨਾਲ ਕਿਸ ਤਰ੍ਹਾਂ ਕਰਨੀ ਹੈ, ਭੂਆ ਨੂੰ ਕਿਵੇਂ ਕਰਨਾ ਹੈਗਾ। ਕਿਉਂਕਿ ਭੂਆ ਹੁੰਦੀ ਸੀ ਆਮ ਤੌਰ 'ਤੇ ਜਿਹੜੀ ਤੁਹਾਨੂੰ ਉਹ ਚੀਜ਼ਾਂ ਦੇ ਦਿੰਦੀ ਸੀ ਜਿਹੜੀ ਮਾਂ ਕਹਿੰਦੀ ਸੀ ਖਬਰਦਾਰ ਜੇ ਤੂੰ ਹੱਥ ਲਾਇਆ। ਭੂਆ ਕਹਿੰਦੀ ਸੀ ਕੋਈ ਨਹੀਂ ਭਾਬੀ ਮੈਂ ਦੇਖ ਲੈਂਦੀ, ਮੈਂ ਕਰ ਲੂੰਗੀ, ਮੈਂ ਲੈ ਜਾਊਂ, ਮੈਂ ਇਹਨਾਂ ਨੂੰ ਉੱਥੇ ਜਾ ਕੇ ਮੈਂ ਵਿਗਾੜ ਲੂੰ ਪਰ ਮੇਰੇ ਨਾਲੇ ਵਿਗੜਨਗੇ, ਘਰੇ ਆ ਕੇ ਫਿਰ ਉਹੀ ਬੱਚੇ ਬਿਲਕੁਲ ਠੀਕ ਹੋ ਜਾਣਗੇ। ਉਹਨਾਂ ਨੂੰ ਐਕਸੈਸ ਮਿਲ ਗਿਆ। ਹਾਂ, ਇੱਕ ਜਿਹੜੀ ਦੁਨੀਆ ਉਹ ਵੇਖਣੀ ਚਾਹੁੰਦੇ ਨੇ ਪਰ ਮਾਂ ਕਹਿੰਦੀ ਇਹ ਦੁਨੀਆ ਮੈਂ ਮਤਲਬ ਮੈਨੂੰ ਡਰ ਲੱਗਦਾ ਕਿ ਇਸ ਦੁਨੀਆ 'ਚ ਕਿਤੇ ਗਵਾਚ ਨਾ ਜਾਣ। ਤੇ ਭੂਆ ਕਿਉਂਕਿ ਥੋੜੀ ਮੈਚਿਓਰ ਆ, ਉਹ ਕਹਿੰਦੀ ਕੋਈ ਗੱਲ ਨਹੀਂ, ਇਹ ਵੇਖ ਆਉਣ, ਕਿਊਰੀਅਸ ਨਾ ਰਹਿਣ ਇਹਦੇ ਬਾਰੇ, ਇੱਕ ਵਾਰੀ ਮੇਰੇ ਨਾਲ ਜਾ ਕੇ ਦੇਖ ਆਉਣਗੇ ਤੇ ਫਿਰ ਆਪਾਂ ਗੱਲ ਕਰ ਲਵਾਂਗੇ, ਫਿਰ ਆਪਾਂ ਵੇਖ ਲਾਂ ਕੀ ਮਿਲਿਆ ਕੀ ਹੈ, ਮਾਂ ਕਿਉਂ ਡੱਕ ਰਹੀ ਸੀ ਹੁਣ ਪਤਾ ਲੱਗਾ। ਫਿਰ ਅੰਡਰਸਟੈਂਡਿੰਗ ਹੋ ਗਈ ਵੀ ਹਾਂ ਮਾਂ ਤੂੰ ਠੀਕ ਸੀਗੀ, ਅਸਲ 'ਚ ਮੈਂ ਦੇਖ ਆਇਆ ਉੱਥੇ ਜਾ ਕੇ ਵੀ ਉਹ ਇੰਨਾ ਵਧੀਆ ਨਹੀਂ ਹੈਗਾ, ਤੇ ਉਹ ਵਾਪਸੀ ਹੋ ਗਈ। ਵੀ ਜੇ ਕਿਤੇ ਉਹ ਭੂਆ ਨਹੀਂ ਹੈ ਉੱਥੇ, ਉਹ ਚਲਾ ਗਿਆ ਕਿਸੇ ਹੋਰ ਦੇ ਨਾਲ ਜਾਂ ਆਪਣੇ ਆਪ, ਤੇ ਹੋ ਸਕਦਾ ਉਹ ਦੁਨੀਆ ਉਹਨੂੰ ਇਤਨੀ ਅਪੀਲ ਕਰ ਜੇ ਜਾਂ ਉਹਦਾ ਅਨਾਲਿਸਿਸ ਕਰਨ ਦੀ ਜਾਂਚ ਨਾ ਆਵੇ, ਉਹਦਾ ਸਹੀ ਐਂਡ ਗਲਤ ਪਰਖਣ ਦੀ ਜਾਂਚ ਨਾ, ਉਹਦੇ ਵਾਪਸੀ ਨਾ ਹੋ ਸਕੇ। ਬਸ ਆਹ ਜਿਹੜੀ ਤੁਸੀਂ ਗੱਲ ਕਹੀ ਨਾ ਕਿ ਪਰਖਣ ਦੀ ਜਾਂਚ ਨਾ ਆਵੇ, ਇੱਥੋਂ ਜ਼ਿਆਦਾ ਰੌਲਾ ਪੈਣਾ ਸੀਗਾ। ਕਿਉਂਕਿ ਅਸੀਂ ਦੇਖ ਰਹੇ ਹਾਂ ਪਰ ਬੱਚਾ ਕਹਿ ਰਿਹਾ ਕਿ ਦੇਖੋ ਜੋ ਤੁਸੀਂ ਦੇਖ ਰਹੇ ਹੋ ਤਾਂ ਸੱਚ ਨਹੀਂ ਹੈਗਾ। ਮੇਰੇ ਤਾਂ ਬੜੇ ਪਿਆਰੇ ਫਰੈਂਡਸ ਨੇ ਉਹ ਇੱਦਾਂ ਨੇ ਕਿ ਪਰਖਣ ਦੀ ਜਾਂਚ ਨਾ ਰਹੀ ਕਿ ਉਹ ਜੋ ਕਰਾ ਰਹੇ ਨੇ ਉਹ ਗਲਤ ਹੈਗਾ। ਫਿਰ ਉੱਥੇ ਵੀ ਚਾਚੇ ਦਾ ਰੋਲ ਹੋਣਾ, ਤਾਏ ਦਾ ਰੋਲ ਹੋਣਾ, ਪਤਾ ਸੀ ਵੀ ਕੋਈ ਨਾ ਕੋਈ ਹੈਗਾ ਜਿਹੜੇ ਮੇਰੀ ਗੱਲ ਸੁਣ ਲੂਗਾ, ਸਿਫਾਰਿਸ਼ ਵੀ ਲਾ ਦੂਗਾ, ਕਿਉਂਕਿ ਮਾਂ ਬਾਪ ਨੇ ਤਾਂ ਕਹਿ ਦਿੱਤਾ ਨਾ, ਪਰ ਸਿਫਾਰਿਸ਼ਾਂ ਲਾਉਣ ਵਾਲੇ। ਇੱਥੋਂ ਅਸੀਂ ਉਹਨਾਂ ਚੀਜ਼ਾਂ 'ਚ ਇੱਕ ਤਰ੍ਹਾਂ ਅਸੀਂ ਤੰਗ ਵੀ ਹੋਣ ਲੱਗ ਪਏ ਐਜ਼ ਪੇਰੈਂਟਸ ਵੀ ਦੱਸੋ ਮੈਂ ਨਾ ਕਹੀ ਹੈ ਤੁਸੀਂ ਵਿਗਾੜਦੇ ਹੋ ਬੱਚੇ ਨੂੰ, ਤੁਸੀਂ ਇੱਦਾਂ ਕਰਦੇ ਹੋ। ਉੱਥੋਂ ਆਪਸ ਵਿੱਚ ਵੀ ਜਿਹੜਾ ਨੈਗੋਸ਼ੀਏਸ਼ਨ ਸੀਗਾ ਕਿ ਦੇਖ ਤੇਰਾ ਰੋਲ ਹੈਗਾ ਆ, ਮੇਰਾ ਰੋਲ ਹੈਗਾ ਆ, ਉਹ ਰੋਲਸ ਕਨਫਿਊਜ਼ ਹੋ ਗਏ ਕਿ ਅਸੀਂ ਸਾਰੇ
ਇੱਕ ਤਰ੍ਹਾਂ ਦੇ ਨਿਊਕਲੀਅਰ ਫੈਮਿਲੀ 'ਚ ਹੋਇਆ ਕਿ ਪੇਰੈਂਟਸ ਰੱਬ ਬਣ ਗਏ ਤੇ ਸਾਨੂੰ ਪਤਾ ਕਿ ਰੱਬ ਬਣਨਾ ਬੜਾ ਮੁਸ਼ਕਲ ਆ, ਪਰ ਅਸੀਂ ਰੱਬ ਬਣ ਗਏ ਕਿਉਂਕਿ ਹੋਰ ਕੋਈ ਸੀਗਾ ਨਹੀਂ ਸੀ, ਹੋਰ ਕਿਸੇ ਅਸੀਂ ਡਿਪੈਂਡ ਨਹੀਂ ਕਰ ਸਕਦੇ ਹੈਗੇ, ਕਿਉਂਕਿ ਜੇ ਕਰਦੇ ਹਾਂ ਤਾਂ ਉੱਥੇ ਗ੍ਰੈਟੀਟਿਊਡ ਆ ਗਿਆ, ਜਿੱਥੇ ਕਿ ਵੀ ਆਖਰ ਦਾਦਾ ਦਾਦੀ ਦੀ ਵੀ ਇਹ ਜ਼ਿੰਮੇਵਾਰੀ ਹੁੰਦੀ ਸੀ ਕਿ ਦੇਖੋ ਤੁਸੀਂ ਅਸੀਂ ਕਰ ਰਹੇ ਹਾਂ, ਤੁਸੀਂ ਬੈਠੋ ਸੰਭਾਲੋ, ਤੇ ਅਸੀਂ ਕਰ ਰਹੇ ਹਾਂ। ਨਾਨਾ ਨਾਨੀ ਕੋਲ ਜੇ ਜਾਂਦੇ ਸੀਗੇ ਤਾਂ ਪਤਾ ਸੀ ਵੀ ਇੱਥੇ ਸਾਰਾ ਕੁਝ ਮਠਿਆਈਆਂ ਹੀ ਮਿਲਣੀਆਂ ਨੇ, ਕਿਉਂਕਿ ਇਹਨਾਂ ਨੂੰ ਪੂਰਾ ਸਪੋਇਲ ਕਰਨਾ ਸਾਨੂੰ। ਉਹ ਚੀਜ਼ਾਂ ਉਹ ਵਿੱਚ ਆ ਗਈਆਂ ਕਿ ਨਹੀਂ, ਹੁਣ ਉੱਥੇ ਵੀ ਉਹ ਗ੍ਰੈਟੀਟਿਊਡ ਆ ਗਿਆ ਕਿ ਥੈਂਕ ਯੂ, ਤੁਸੀਂ ਇਹਨਾਂ ਦਾ ਲੁੱਕ ਆਫਟਰ ਕਰ ਲਿਆ, ਥੈਂਕ ਯੂ। ਅਸੀਂ ਉਹ ਜਿਹੜੀ ਸੀ ਨਾ ਪਿਆਰ, ਉਹ ਪਿਆਰ ਖਿੱਚ ਕੇ ਉਹਨੂੰ ਟ੍ਰਾਂਜੈਕਸ਼ਨ ਬਣਾ ਦਿੱਤਾ। ਉਹ ਟ੍ਰਾਂਜੈਕਸ਼ਨ ਬਣ ਗਈ ਜਦੋਂ, ਤਾਂ ਫਿਰ ਉੱਥੇ ਹੋ ਗਿਆ ਵੀ ਐਕਸਚੇਂਜ ਕੀ ਹੈ, ਵੀ ਹੁਣ ਮੈਂ ਤੁਹਾਡੇ ਲਈ ਆਹ ਕੀਤਾ, ਤੁਸੀਂ ਮੇਰੇ ਲਈ ਆਹ ਕਰਦੇ। ਵੀਰ ਜੀ, ਜਿਵੇਂ ਤੁਸੀਂ ਗੱਲ ਕਰ ਰਹੇ ਹੈਗੇ ਹੋ, ਜੇ ਮੈਨੂੰ ਥੋੜ੍ਹਾ ਜਿਹਾ ਨੈਰੋ ਡਾਊਨ ਕਰਨ ਦੀ ਕੋਸ਼ਿਸ਼ ਕਰਾਂ ਤਾਂ ਮੈਨੂੰ ਜੋ ਅੰਡਰਸਟੈਂਡਿੰਗ ਹੋ ਰਹੀ ਹੈ ਇਹਦੇ ਵਿੱਚੋਂ ਕਿ ਸਪੋਜ਼ ਜਿਹੜੀ ਐਕਸਚੇਂਜ ਕੀ ਹੈ, ਵੀ ਗਿਵ ਐਂਡ ਟੇਕ ਕੀ ਹੈ ਇਹਦੇ ਵਿੱਚ। ਹੁਣ ਗਿਵ ਐਂਡ ਟੇਕ ਦੇ ਵਿੱਚ ਇਹ ਹੈਗਾ ਕਿ ਸਪੋਜ਼ ਆਪਾਂ ਪਹਿਲੀ ਗੱਲ ਐਗਜ਼ਾਮਪਲ ਕੀਤੀ ਭੂਆ ਦੀ, ਮਾਸੀ ਦੀ, ਚਾਚੇ ਦੀ, ਤਾਏ ਦੀ, ਕਿਸੇ ਰੂਪ ਦੇ ਵਿੱਚ ਐਨੀ ਰਿਲੇਸ਼ਨਸ਼ਿਪ ਜਿਹੜੀ ਬੱਚੇ ਨੂੰ ਮਾਂ-ਬਾਪ ਤੋਂ ਇੱਕ ਵੱਖਰਾ ਪਰਸਪੈਕਟਿਵ ਦੇ ਰਹੀ ਹੈ, ਪਰ ਕੰਪੇਅਰ ਕਰਕੇ ਦੇ ਰਹੀ ਹੈ। ਜਾਂ ਇਸ ਤਰ੍ਹਾਂ ਕਹਿ ਲਓ ਕਿ ਮਾਂ-ਬਾਪ ਨੂੰ, ਜਿਹੜਾ ਬੱਚੇ ਨੂੰ ਮਾਂ-ਬਾਪ ਦਾ ਪਰਸਪੈਕਟਿਵ ਸਮਝਣ ਵਿੱਚ ਮਦਦ ਕਰ ਰਹੀ ਹੈ, ਅੰਡਰਸਟੈਂਡ ਕਰਨ ਦੇ ਵਿੱਚ ਉਹਨਾਂ ਨੂੰ ਹੈਲਪਫੁਲ ਹੈਗੀ ਹੈ। ਬੱਚਾ ਕਈ ਵਾਰੀ ਸੋਚਦਾ ਕਿ ਐਕਚੁਅਲੀ ਇਹ ਜਿਹੜੇ ਹੈਗੇ ਨੇ ਇਹ ਅੰਡਰਸਟੈਂਡ ਨਹੀਂ ਕਰ ਰਹੇ ਇਸ ਚੀਜ਼ ਨੂੰ, ਪਰ ਉਹ ਤਾਇਆ, ਭੂਆ, ਮਾਸੀ ਕੋਈ ਹੋਰ ਕਹਿੰਦਾ ਵੀ ਨਹੀਂ ਐਕਚੁਅਲੀ ਗੱਲ ਕੀ ਹੈ ਕਿ ਉਹ ਗੱਲ ਠੀਕ ਕਹਿ ਰਿਹਾ, ਤੂੰ ਵੀ ਠੀਕ ਕਹਿ ਰਿਹਾ, ਪਰ ਸਮਹਾਓ ਇਹ ਕੋਣ ਨਹੀਂ ਬਣ ਰਿਹਾ। ਵੀ ਆਰ ਨੋਟ ਐਕਚੁਅਲੀ ਟਚਿੰਗ ਦੈਟ ਪੈਰਾਮੀਟਰ ਓਵਰ ਹੇਅਰ, ਸੋ ਲੈਟ ਮੀ ਹੈਲਪ ਯੂ ਓਵਰ ਹੇਅਰ। ਜਿਹੜੀ ਇਹ ਟੇਕ ਆ ਜਾਂ ਜਿਹੜੀ ਇਹ ਉੱਥੋਂ ਪ੍ਰਾਪਤੀ ਹੈਗੀ ਹੈ, ਇਹ ਕਿੱਡੀ ਵੱਡੀ ਹੈ। ਸਮਹਾਓ ਅੱਜ ਦਾ ਜਿਹੜਾ ਇਨਸਾਨ ਹੈ, ਖਾਸ ਕਰਕੇ ਆਪਣੇ ਪਰਿਵਾਰਾਂ 'ਚ, ਡਾਇਸਪੋਰਾ 'ਚ ਬੈਠੇ ਆ, ਅਸੀਂ ਇਸ ਚੀਜ਼ ਨੂੰ ਨਾ ਦੇਖ ਕੇ ਇੱਕ ਇਨਸਟੈਂਟ ਬੈਨੀਫਿਟ ਦੇਖ ਰਹੇ ਹਾਂ। ਹਾਂਜੀ, ਮੈਂ ਇਸ ਨੂੰ ਰਾਈਡ ਦਿੰਦਾ ਰਿਹਾ ਇੰਨਾ ਸਮਾਂ, ਤੇ ਇਹ ਮੇਰੇ ਵਾਸਤੇ ਕੀ ਪੇ ਕਰਦਾ ਰਿਹਾ ਹੈਗਾ। ਮੈਂ ਇੰਨਾ ਸਮਾਂ ਨੂੰ ਘਰ ਰੱਖਿਆ, ਸੰਭਾਲਿਆ, ਇਹਦੇ ਵਿਆਹ ਤੇ ਖਰਚਾ ਕਰ ਦਿੱਤਾ, ਇਹਨੇ ਮੇਰੇ ਵਾਸਤੇ ਕੀ ਕੀਤਾ। ਇਨਸਟੈਂਟ ਬੈਨੀਫਿਟ ਦੇ ਕੰਪੈਰੀਟਿਵਲੀ ਜਿਹੜੇ ਲੌਂਗ ਟਰਮ ਐਕਚੁਅਲੀ ਉਹਦੇ ਇੰਪੈਕਟ ਸੀਗੇ ਫੈਮਿਲੀ ਡਾਇਮੈਂਸ਼ਨਸ ਦੇ ਵਿੱਚ, ਓਵਰਆਲ ਗਰੋਥ ਦੇ ਵਿੱਚ, ਉਹ ਟੋਟਲੀ ਉਸ ਪਾਸੇ ਅਸੀਂ ਇਲੀਟਰੇਟ ਹੋ ਗਏ। ਇਜ਼ ਇਟ ਰਾਈਟ? ਹਾਂਜੀ, ਪਰ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਵੀ ਕਿਵੇਂ ਰਿਸ਼ਤੇਦਾਰੀ ਦੇ ਵਿੱਚ ਉਹ ਸਮਝਾਉਂਦੇ ਨੇ ਕਿ ਦੇਖ ਮਾਂ-ਬਾਪ ਗਲਤ ਨਹੀਂ ਹੈਗੇ, ਗੱਲ ਹੈ ਕਿ ਉਹ ਜਿਵੇਂ ਵੀ ਸੈਂਸ ਮੇਕਿੰਗ ਤੇ ਸੈਂਸ ਮੀਨਿੰਗ, ਜਿਹੜੀ ਇਹ ਚੀਜ਼ਾਂ ਸੀਗੀਆਂ, ਹੁਣ ਉਹ ਬੱਚੇ ਲੱਭਦੇ ਨੇ ਜਾਂ ਅਸੀਂ ਵੀ ਲੱਭਦੇ ਹਾਂ, ਆਪਣੇ ਫਰੈਂਡਸ ਤੋਂ ਲੱਭਦੇ ਹਾਂ ਜਾ ਕੇ ਵੀ ਯਾਰ ਆਹ ਗੱਲ ਹੋਈ ਹੈ ਤੇਰਾ ਕੀ, ਜਿੱਥੇ ਕਿ ਉਹ ਸੀਗਾ ਕਿ ਪਰਿਵਾਰ ਦੇ ਵਿੱਚੋਂ ਮਿਲ ਜਾਂਦੀ ਸੀ ਸਾਨੂੰ, ਕਿਉਂਕਿ ਉਹਨਾਂ ਨੇ ਸੈਂਸ ਚੈੱਕ ਕਰ ਲੈਣਾ ਵੀ ਕਿੱਥੋਂ ਆ ਰਿਹਾ, ਤੇ ਫਿਰ ਸਮਝਾ ਵੀ ਦੇਣਾ ਵੀ ਨਹੀਂ ਮਾਂ ਬਾਪ ਨੇ ਜੋ ਕਿਹਾ ਠੀਕ ਸੀਗਾ। ਉਹ ਸੈਂਸ ਮੇਕਿੰਗ ਹੋ ਜਾਂਦੀ ਸੀ, ਬੱਚਾ ਵੀ ਸਮਝ ਜਾਂਦਾ ਸੀਗਾ ਕਿ ਹਾਂ ਆਹ ਹੈਗੇ ਨੇ ਜਿਹੜੇ ਦਾਇਰੇ ਹੈਗੇ ਨੇ। ਉਹ ਚੀਜ਼ ਮਿਸਿੰਗ ਹੋ ਗਈ। ਤੇ ਦੂਜਾ, ਕਿਉਂਕਿ ਅਸੀਂ ਉਹ ਬਿਨਾਂ ਸੈਂਸ ਉਹ ਬਾਹਰ ਫਰੈਂਡਸ ਤੋਂ ਪੁੱਛਦੇ ਨੇ, ਉਹਨਾਂ ਦੇ ਮੈਂਟਰ ਵੀ ਫਿਰ ਫਰੈਂਡਸ ਦੇ ਬਣ ਜਾਂਦੇ ਨੇ, ਅਤੇ ਜਦੋਂ ਉੱਥੇ ਉਹ ਫਰੈਂਡਸ਼ਿਪ ਦੇ ਨਾਲ ਜਿਹੜੇ ਹੈਗੇ ਰਿਸ਼ਤੇਦਾਰੀ ਹੁੰਦੀ ਹੈ, ਉਹ ਰਿਸ਼ਤੇਦਾਰੀ ਉਹ ਨਾ ਰਹੀ ਜੋ ਪਹਿਲਾਂ ਸੀਗੀ। ਉੱਥੇ ਕੁਝ ਹੋਰ ਆ ਜਾਂਦਾ, ਅਤੇ ਇੱਥੇ ਹੋ ਜਾਂਦਾ ਕਿ ਹਾਂ ਉਹ ਮੈਨੂੰ ਅਸੈਪਟ ਕਰਦੇ ਨੇ ਪਰ ਤੁਸੀਂ ਨਹੀਂ ਕਰਦੇ ਹੈਗੇ। ਉਹ ਜੋ ਵੀ ਮੈਂ ਹੈਗਾ ਕਹਿੰਦੇ ਆ ਠੀਕ ਆ, ਪਰ ਗੱਲ ਹੈ ਕਿ ਉੱਥੇ ਉਹ ਜਿਹੜੀ ਉਹ ਜੋ ਵੀ ਮੈਂ ਹੈਗਾ, ਮੈਂ ਠੀਕ ਹੈਗਾ, ਉਹਦੇ 'ਚ ਜਿਹੜੀ ਹੈਗੀ ਹੈ ਕਿ ਗਾਹਾਂ ਦਾ ਵਿਜ਼ਨ ਨਹੀਂ ਹੈਗਾ। ਉਹ ਵਿਜ਼ਨ ਬਸ ਹੁਣ ਦਾ ਹੀ ਹੈਗਾ ਕਿ ਜੋ ਮੈਂ ਹੈਗਾ ਠੀਕ ਹੈਗਾ, ਕਿਉਂਕਿ ਉਹਨਾਂ ਨੇ ਇਹ ਨਹੀਂ ਦੱਸਣਾ ਕਿ ਬੇਟਾ ਵੀ ਮੇਰੇ ਯਾਰ, ਮੇਰੇ ਮਿੱਤਰ, ਗੱਲ ਹੈ ਕਿ 10 ਸਾਲ ਨੂੰ ਆਪਾਂ ਕਿੱਥੇ ਹੋਵਾਂਗੇ। ਜਿਹੜਾ ਕਿ ਉਹ ਪਰਿਵਾਰ ਦੇ ਵਿੱਚ ਹੁੰਦਾ ਸੀਗਾ ਕਿ ਹਾਂ 10 ਸਾਲ ਦੇ ਵਿੱਚ ਦੇਖ ਆਪਾਂ ਉੱਥੇ ਬੈਠੇ ਆਹ ਗੱਲ ਕਰਦੇ ਹੋਵਾਂਗੇ, ਤੂੰ ਵੀ ਕਿੰਨਾ ਵੱਡਾ ਹੋਏਗਾ ਅਤੇ ਮੈਂ ਵੀ ਥੋੜ੍ਹੀ ਜਿਹੀ ਉਮਰ 'ਚ ਅੱਗੇ ਨਾਲੋਂ ਮੈਂ ਵੀ ਅੱਗੇ ਹੋਵਾਂਗਾ। ਹੋ ਸਕਦਾ ਆਪਣੀ ਦੋਨਾਂ ਦੀ ਸੋਚ ਵੀ ਬਦਲ ਜਾਵੇ। ਉਹ ਚੀਜ਼ ਨਹੀਂ ਆ ਰਹੀ, ਬਸ ਉਹ ਹੁਣ ਦਾ ਹੀ ਆ ਰਿਹਾ ਕਿ ਹਾਂ ਹੁਣ ਆਪਾਂ ਹੁਣ ਠੀਕ ਆ ਤੂੰ। ਤੇ ਇਨਸਟੈਂਟ ਕਾਈਂਡ ਆਫ ਜਿਹੜੇ ਸਾਡੇ ਬੈਨੀਫਿਟਸ ਜਾਂ ਇਨਸਟੈਂਟ ਕਾਈਂਡ ਆਫ ਜਿਹੜੀਆਂ ਸਾਡੀਆਂ ਸੈਟਿਸਫੈਕਸ਼ਨਸ ਹੈਗੀਆਂ ਨੇ, ਉਹ ਸਾਨੂੰ ਲੌਂਗ ਟਰਮ ਵਿਜ਼ਨ ਤੋਂ ਬਲਰੀ ਕਰ ਰਹੀਆਂ ਨੇ, ਬੱਚੇ ਦੇ ਰੂਪ ਦੇ ਵਿੱਚ ਵੀ ਅਤੇ ਵੱਡੇ ਦੇ ਰੂਪ ਦੇ ਵਿੱਚ। ਅਤੇ ਮੇਰੇ ਖਿਆਲ 'ਚ ਵੱਡੇ ਤੋਂ ਬੱਚਾ ਵੀ ਲਰਨ ਕਰ ਰਿਹਾ। ਜੇ ਵੱਡਾ ਇਹ ਸੋਚ ਰਿਹਾ ਕਿ ਮੈਨੂੰ ਕੀ ਲੋੜ ਹੈ, ਮੈਨੂੰ ਇਨਸਟੈਂਟ ਬੈਨੀਫਿਟ ਹੁਣ ਇਹ ਮਿਲ ਰਿਹਾ ਕਿ ਜੇ ਮੈਂ ਨਿਊਕਲੀਅਰ ਹੋ ਕੇ ਰਹਿਣਾ ਵਾ, ਮੈਂ ਦੂਜਿਆਂ ਦਾ ਬੋਝ ਛੱਡ ਦਿੰਦਾ ਵਾ, ਆਈ ਕੈਨ ਇੰਜੋਏ ਮੋਰ, ਆਈ ਹੈਵ ਐਕਚੁਅਲੀ ਲੈਸ ਬਰਡਨ, ਆਈ ਕੈਨ ਅਰਨ ਮੋਰ, I can actually just ਜਿਹੜਾ ਹੈਗਾ ਆ, I don't have any other kind of responsibility। ਸੋ ਇਹੀ ਚੀਜ਼ ਜੇ ਕਿਤੇ ਜਦੋਂ ਨੈਕਸਟ ਸਟੇਜ 'ਤੇ ਬੱਚਾ ਅਡਾਪਟ ਕਰ ਲੈਂਦਾ
ਵੀ ਜਦੋਂ ਤੁਸੀਂ ਸਾਰੇ ਭੈਣ ਭਰਾਵਾਂ ਤੋਂ ਆਪਣੀ ਰਿਸਪੌਂਸਿਬਿਲਟੀ ਪੱਲਾ ਝਾੜ ਕੇ ਬੈਠ ਗਏ ਤੇ ਠੀਕ ਹੋ ਗਿਆ, ਤੇ ਮੇਰੇ ਲਈ ਤੇ ਹੋਰ ਆਸਾਨ ਹੋ ਗਿਆ। ਵਾਈ ਸ਼ੁਡ ਆਈ ਐਕਚੁਅਲੀ ਕੇਅਰ ਅਬਾਊਟ ਮਾਈ ਸਿਬਲਿੰਗਸ? ਹਾਂਜੀ, ਵਾਈ ਸ਼ੁਡ ਆਈ ਕੇਅਰ ਅਬਾਊਟ ਇਵਨ ਯੂ? ਬਿਲਕੁਲ, ਇਹ ਬਿਲਕੁਲ ਠੀਕ ਹੈ, ਕਿਉਂਕਿ ਗੱਲ ਹੈ ਕਿ ਅਸੀਂ ਸਾਰੇ ਸੈਲਫ ਸਫੀਸ਼ੀਐਂਟ ਹੋ ਗਏ ਤੇ ਤੁਹਾਡਾ ਹੀ ਜ਼ਿੰਮੇਵਾਰੀ ਸੀਗੀ, ਬਲਕਿ ਬੱਚੇ ਕਹਿਣਗੇ ਹਾਂ ਤੁਹਾਨੂੰ ਸਰਕਾਰ ਪੈਸੇ ਦਿੰਦੀ ਸੀ ਤਾਂ ਹੀ ਤੁਸੀਂ ਮੈਨੂੰ ਪਾਲਿਆ, ਤੇ ਠੀਕ ਹੈ ਹੁਣ ਮੈਨੂੰ ਤੁਹਾਡੀ ਲੋੜ ਨਹੀਂ ਹੈਗੀ ਤੇ ਤੁਸੀਂ ਆਪਣਾ ਆਨੰਦ ਕਰੋ। ਪਰ ਗੱਲ ਹੈ ਕਿ ਉਹ ਜਿਹੜੀ ਸੀਗਾ ਗਲੂ ਸੀਗੀ ਪਿਆਰ ਦੀ, ਉਹ ਵਿੱਚ ਇੱਕ ਤਰ੍ਹਾਂ ਦੀ ਕਰਪਟ ਹੋ ਜਾਂਦੀ ਹੈ। ਇੱਥੋਂ ਰੌਲਾ ਪੈਂਦਾ ਕਿ ਉਹ ਜਿਹੜਾ ਗਲੂ ਖੜੀ ਸੀ ਨਾ, ਉਹ ਪਰਿਵਾਰ ਦੇ ਤੌਰ 'ਤੇ ਇੱਕ ਤਰ੍ਹਾਂ ਦਾ ਸੀਗਾ ਵੀ ਇਹ ਪਰਿਵਾਰ ਸਾਡਾ, ਇਹ ਮੇਰਾ ਪਰਿਵਾਰ, ਇਹਨੂੰ ਇੱਦਾਂ, ਉਹ ਸਾਰਾ ਚਲਿਆ ਗਿਆ। ਉਹਦੀ ਜਗ੍ਹਾ ਬਸ ਆ ਜਿਹੜੀ ਐਕਸਚੇਂਜ ਰਹਿ ਗਈ, ਇੰਸਟੈਂਟ ਜਿਹੜੀ ਹੋ ਗਈ ਨਾ ਕਿ ਹਾਂ ਹੁਣ ਠੀਕ ਹੈ ਮੈਂ ਆਪਣੇ ਰਾਹ ਚੱਲਿਆ ਅਤੇ ਮੈਂ ਖੁਸ਼ ਹਾਂ, ਤੁਸੀਂ ਵੀ ਖੁਸ਼ ਰਹੋ। ਪਰ ਇਹ ਨਹੀਂ ਕਿ ਹਾਂ ਮੈਂ ਚੱਲਿਆ ਤੁਸੀਂ ਮੇਰੇ ਨਾਲ ਚੱਲ ਰਹੇ ਹੋ। ਗੁਰਬਾਣੀ 'ਚ ਵੀ ਆਉਂਦਾ ਕਿ ਕਈ ਚੀਜ਼ਾਂ ਵੀ ਸੱਚ ਸੰਤੋਖ ਸਦਾ ਬਨ ਪਤਾ, ਇਹ ਚੀਜ਼ਾਂ ਕੱਲ੍ਹ ਕਿ ਪਰਿਵਾਰ 'ਚੋਂ ਮਿਲਦੀਆਂ ਸੀਗੀਆਂ। ਸੰਤੋਖ ਪਰਿਵਾਰ 'ਚੋਂ ਆਉਂਦਾ ਸੀਗਾ ਕਿ ਹਾਂ ਦੇਖੋ ਬੇਟਾ ਆਹ ਇਨਫ ਹੈਗਾ, ਆਪਾਂ ਇਹਨੂੰ ਇੱਦਾਂ ਕਰਨਾ ਹੈਗਾ, ਸੱਚ ਦੀ ਗੱਲ ਹੁੰਦੀ ਸੀਗੀ। ਉਹ ਚੀਜ਼ਾਂ ਅਸੀਂ ਉੱਥੇ ਭੁੱਲ ਗਏ, ਸਿੱਟ ਗਏ, ਕਿਉਂਕਿ ਉਹਨਾਂ ਦੀ ਲੋੜ ਨਾ ਪਈ ਸਾਨੂੰ। ਜਿਹੜੇ ਰਿਲੇਸ਼ਨਸ਼ਿਪਸ ਦੇ ਵਿੱਚ ਖਾਸ ਕਰਕੇ ਬਾਉਂਡਰੀਜ਼ ਵੀ ਹੈਗੀਆਂ ਨੇ, ਨੋ ਡਾਊਟ ਮਾਡਰਨ ਸਟਰਕਚਰ ਨੇ ਬਾਉਂਡਰੀਜ਼ ਬਹੁਤ ਜ਼ਿਆਦਾ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ, ਤੇ ਕਲੀਅਰ ਕਰਦਿਆਂ ਇਹ ਹੋਇਆ ਕਿ ਸਪੋਜ਼ ਕਰੋ ਆਪਾਂ ਬਣਾਉਣਾ ਘਰ ਸੀਗਾ ਤੇ ਘਰ 'ਚ ਵਾਲਸ ਹੀ ਬਣ ਗਈਆਂ ਸਾਰੀਆਂ, ਸਾਰਾ ਸਪੇਸ ਹੀ ਵਾਲਸ ਨੇ ਲੈ ਲਿਆ, ਰਹਿਣ ਵਾਲਾ ਸਪੇਸ ਹੀ ਨਹੀਂ ਬਚਿਆ। ਤੁਹਾਡੀ ਬਾਉਂਡਰੀ ਹੈ, ਮੇਰੀ ਬਾਉਂਡਰੀ, ਅਗਲੇ ਦੀ ਬਾਉਂਡਰੀ, ਮਤਲਬ ਇਸ ਤਰੀਕੇ ਦੇ ਨਾਲ ਸਪੇਸ ਹੀ ਖਤਮ ਹੋ ਗਿਆ। ਉਹ ਜਿਹੜੀਆਂ ਬਾਉਂਡਰੀਜ਼, ਹਾਂ ਕੁਝ ਬਾਉਂਡਰੀਜ਼ ਜਿਹੜੀਆਂ ਨੇ ਉਹ ਬੜੀਆਂ ਲਾਜ਼ਮੀ, ਬੜੀਆਂ ਜ਼ਰੂਰੀ ਹੁੰਦੀਆਂ, ਪਰ ਉਹਦੇ ਵਿੱਚ ਇਹ ਵੀ ਹੈ ਕਿ ਕੁਝ ਤੰਦਾਂ ਪਿਆਰ ਦੀਆਂ ਹੁੰਦੀਆਂ ਜਿਹੜੀਆਂ ਉਸ ਤਰੀਕੇ ਨਾਲ ਸਾਨੂੰ ਨਿਭਾਉਣੀਆਂ ਪੈਂਦੀਆਂ। ਮੈਂ ਇਹਦੇ ਨਾਲ ਹੀ, ਕਿਉਂਕਿ ਸਾਡੇ ਕੋਲ ਸਮਾਂ ਬੜਾ ਸ਼ਾਰਟ ਹੈ, ਮੈਂ ਐਡ ਕਰਨੀ ਚਾਹਾਂਗਾ ਕਿ ਫੋਕਲੋਰ ਨੂੰ ਮੈਂ ਕੁਝ ਪੜ੍ਹਿਆ, ਅਤੇ ਪੰਜਾਬ ਦੇ ਫੋਕਲੋਰ ਦੇ ਵਿੱਚ ਮੈਨੂੰ ਇਹ ਪਤਾ ਲੱਗਾ ਕਿ ਜਦੋਂ ਕਿਤੇ ਰਿਸ਼ਤੇ ਪੁਰਾਣੇ ਹੁੰਦੇ ਸੀ, ਉਹ ਕਿਵੇਂ ਹੁੰਦੇ ਸੀ ਕਿ ਇੱਕ ਘਰ ਦੇ ਵਿੱਚ ਇੱਕ ਲੜਕੀ ਵੱਡੀ ਹੋ ਰਹੀ ਹੈ, ਘਰ 'ਚ ਇੱਕ ਲੜਕਾ ਵੱਡਾ ਹੋ ਰਿਹਾ, ਉਸ ਘਰ ਦੇ ਵਿੱਚ ਮਾਸੀ, ਭੂਆ, ਕੋਈ ਮਾਮਾ, ਕੋਈ ਤਾਇਆ ਦੇਖ ਰਿਹਾ ਉਸ ਬੱਚੇ ਨੂੰ, ਸੇਮ ਵੇ ਨਾਲ ਆਪਣੇ ਰਿਸ਼ਤੇਦਾਰਾਂ 'ਚ ਇੱਕ ਬੱਚੇ ਨੂੰ ਹੋਰ ਨੂੰ ਦੇਖ ਰਿਹਾ, ਅਤੇ ਉਹ ਫਿਰ ਕੀ ਹੁੰਦਾ ਕਿ ਉਹ ਕਹਿੰਦਾ ਹਾਂ ਇਹਨਾਂ ਦੀ ਦੱਸ ਪਾਓ, ਮੇਨ ਇਸ ਫੈਮਿਲੀ ਨੂੰ ਐਗਰੀ ਕਰੋ ਕਿ ਐਕਚੁਅਲੀ ਜਿਹੜਾ ਨਾ ਆਪਣੀ ਬੇਟੀ ਦਾ ਰਿਸ਼ਤਾ ਕਿਤੇ ਇਸ ਘਰ 'ਚ ਹੋ ਜਾਏ ਤਾਂ ਬੈਟਰ ਰਹੇਗਾ। ਉਹ ਕਹਿੰਦੇ ਹਾਂ ਆਹ ਘਰ ਦੇ ਵਿੱਚ ਆਹ ਬੇਟੀ ਜਿਹੜੀ ਇਹ ਸਾਨੂੰ ਚਾਹੀਦੀ। ਇਨ ਵੇ ਰਿਸ਼ਤੇ ਇਸ ਤਰੀਕੇ ਨਾਲ ਬੱਝਦੇ ਸੀਗੇ। ਇਹ ਸਾਡਾ ਟ੍ਰੈਡੀਸ਼ਨਲ ਮਾਡਲ ਸੀਗਾ ਇਸ ਰੂਪ ਦੇ ਵਿੱਚ। ਉਹਦੇ ਅੰਦਰ ਜਿਵੇਂ ਤੁਸੀਂ ਬਾਤ ਕੀਤੀ ਕਿ ਦੂਰ ਤੱਕ ਨਜ਼ਰ ਮਾਰੀ ਜਾਂਦੀ ਸੀਗੀ, ਸਾਡੀ ਇਨਵੈਸਟਮੈਂਟ ਹੁੰਦੀ ਸੀ। ਇਨਵੈਸਟਮੈਂਟ ਵਕਤੀ ਤੌਰ 'ਤੇ ਨਹੀਂ ਸੀ ਹੁੰਦੀ, ਵਕਤੀ ਤੌਰ 'ਤੇ ਵਿਚੋਲੇ ਲਈ ਬੜੀ ਵੱਡੀ ਸਿਰਦਰਦੀ ਹੋ ਜਾਂਦੀ ਸੀ, ਮਾਂ ਬਾਪ ਨੂੰ ਮਨਾਉਣਾ, ਦੂਜਾ ਮਨਾਉਣਾ, ਪਰ ਉਹ ਸਾਰੇ ਦਾ ਇੱਕ ਲੌਂਗ ਰਨ ਦੇ ਵਿੱਚ ਵਿਜ਼ਨ ਇਹ ਸੀਗਾ ਕਿ ਅਸੀਂ ਰਿਸ਼ਤੇ ਬਣਾ ਰਹੇ ਹਾਂ, ਅਸੀਂ ਬਾਹਾਂ ਬਣਾ ਰਹੇ ਹਾਂ, ਅਸੀਂ ਆਪਣੇ ਅਤੇ ਆਪਣੇ ਪਰਿਵਾਰ ਦੇ ਆਪਣੇ ਬੱਚਿਆਂ ਵਾਸਤੇ ਆਉਣ ਵਾਲੇ ਸਮੇਂ ਦਾ ਇੱਕ ਦਾਇਰਾ ਕੁਟੰਬ ਕੋੜਮਾ ਬਣਾ ਰਹੇ ਹਾਂ ਸਾਰੇ ਰੂਪ ਦੇ ਅੰਦਰ। ਅਲਟੀਮੇਟਲੀ ਉਹ ਸਿਸਟਮ ਕਰਪਟ ਹੋ ਗਿਆ। ਅਸੀਂ ਦੇਖਿਆ ਰਿਸ਼ਤੇ ਕਰਾਉਣ ਵਾਲੇ ਆਪਣੇ ਲਾਲਚ ਨੂੰ ਸਾਹਮਣੇ ਰੱਖ ਕੇ ਲੜਕੇ ਦੀ ਗੱਲ ਛੁਪਾ ਕੇ ਲੜਕੀ ਕਿਸੇ ਦੀ ਵਿਆਹ ਦੇਣੀ, ਲੜਕੀ ਨੂੰ ਕਿਸੇ ਰੂਪ ਦੇ ਵਿੱਚ ਮਤਲਬ ਘਰੋਂ ਤੋਰਨ ਵਾਸਤੇ ਕਿਸੇ ਦੇ ਗਲ ਮੜ ਦੇਣਾ। ਇਨ ਦੀਜ਼ ਕਾਈਂਡ ਆਫ ਥਿੰਗਸ ਐਕਚੁਅਲੀ ਜਿਹੜੀਆਂ ਨੇ ਉਹ ਹਿਡਨ ਵੇ ਦੇ ਨਾਲ ਆਉਣੀਆਂ ਸ਼ੁਰੂ ਹੋ ਗਈਆਂ। ਆਖਰਕਾਰ ਆ ਡਾਇਸਪੋਰਾ ਦਾ ਸਿਸਟਮ ਹੋਰ ਰੂਪ ਵਿੱਚ ਆ ਗਿਆ, ਸਾਡੀ ਲੜਕੀ ਵਿਆਹ ਲਿਆਓ, ਸਾਡਾ ਲੜਕਾ ਵਿਆਹ ਲਿਆਓ, ਹੋਰ ਤਰੀਕੇ ਦੇ ਨਾਲ। ਹੁਣ ਅਸੀਂ ਆ ਗਏ ਬਿਲਕੁਲ ਜਿਹੜਾ ਹੈਗਾ ਡਾਇਸਪੋਰਾ ਦੇ ਅੰਦਰ। ਡਾਇਸਪੋਰਾ ਦੇ ਅੰਦਰ ਸਾਡਾ ਟ੍ਰੈਡੀਸ਼ਨਲ ਮਾਡਲ ਖਤਮ ਹੋ ਗਿਆ। ਹੁਣ ਉਸ ਤਰੀਕੇ ਨਾਲ ਰਿਸ਼ਤੇ ਨਹੀਂ ਹੁੰਦੇ, ਨਾ ਤਾਏ, ਨਾ ਤਾਈ, ਨਾ ਭੂਆ, ਨਾ ਮਾਸੀ। ਈਵਨ ਮਾਂ ਬਾਪ ਨੂੰ ਕਈ ਵਾਰੀ ਪੁੱਛਿਆ ਜਾਂਦਾ ਵੀ ਤੁਹਾਡਾ ਬੱਚਾ, ਉਹ ਕਹਿੰਦੇ ਜੀ ਇਹਨੇ ਆਪ ਰਿਸ਼ਤਾ ਕਰਨਾ, ਅਸੀਂ ਕੀ ਕਹਿ ਸਕਦੇ। ਜਿਵੇਂ ਸਪੋਜ਼ ਕਰੋ ਇਹ ਮਤਲਬ ਸਾਡੇ ਇੱਕ ਮਿੱਤਰ ਹੈਗੇ ਨੇ, ਉਹ ਕਹਿੰਦੇ ਵੀ ਮੈਂ ਅਰਾਊਂਡ 24 ਸਾਲ ਦਾ ਸੀਗਾ ਅਤੇ ਇੱਕ ਦਿਨ ਮੇਰੇ ਬਾਪ ਨੇ ਆ ਕੇ ਕਿਹਾ ਵੀ ਉਹ ਤੇਰਾ ਵਿਆਹ ਕਰਨਾ, ਅਤੇ ਮੈਂ ਕਿਹਾ ਠੀਕ ਹੈ ਜੀ, ਵਿਆਹ ਕਰਤਾ। ਨਾ ਮੈਨੂੰ ਪੁੱਛਿਆ ਵੀ ਵਿਆਹ ਤੇਰਾ ਜਿਹੜਾ ਹੈਗਾ ਤੂੰ ਵਿਆਹ ਕਰਾਉਣਾ ਚਾਹੁੰਦਾ, ਨਾ ਇਹ ਪੁੱਛਿਆ ਤੇਰਾ ਵਿਆਹ ਕਰਨਾ ਕਿੱਥੇ ਹੈ, ਵਿਆਹ ਹੋ ਗਿਆ। ਕਹਿੰਦੇ ਜ਼ਿੰਦਗੀ ਚੱਲ ਗਈ, ਸਮੂਥ ਚੱਲ ਗਈ ਉਸ ਰੂਪ ਦੇ ਵਿੱਚ। ਪਰ ਅੱਜ ਦੀ ਤਾਰੀਖ ਦੇ ਵਿੱਚ ਤੁਸੀਂ ਇੱਕ 24 ਸਾਲ ਦੇ ਬੱਚੇ ਨੂੰ ਜਾ ਕੇ ਕਹੋ, ਖਾਸ ਕਰਕੇ ਡਾਇਸਪੋਰਾ ਦੇ ਵਿੱਚ, ਵੀ ਤੇਰਾ ਵਿਆਹ ਕਰਨਾ, ਤੇ ਉਹਦਾ ਜਵਾਬ ਹੋਏਗਾ ਵੀ ਹਾਊ ਕੈਨ ਯੂ ਸੇ ਇਟ, ਇਸ ਤਰੀਕੇ ਨਾਲ। ਸੋ ਇਹ ਜਿਹੜਾ ਅੱਜ ਦਾ ਮਾਡਰਨ ਕਨਸੈਪਟ ਹੈ ਵਿਆਹ ਦੇ ਇਸ ਸੰਕਲਪ ਦੇ, ਅਤੇ ਪੁਰਾਣੇ ਨੂੰ ਅਸੀਂ ਦੇਖਦੇ ਹੈਗੇ ਆ ਜਿਹੜਾ ਇੱਥੇ ਵੈਸਟਰਨ ਵਰਲਡ ਦੇ ਵਿੱਚ ਆ, ਇੱਥੇ ਇਸ ਸਾਰੇ ਨੂੰ ਅਸੀਂ ਪਿਛਲੇ ਦੇ ਛੱਡ ਚੁੱਕੇ ਹਾਂ। ਹੁਣ ਇਹਦੇ ਬਾਰੇ ਕੀ ਅਪਰੋਚ ਜਿਹੜੀ ਹੈ ਉਹ ਜ਼ਿਆਦਾ ਕਾਰਗਰ ਹੈ, ਪ੍ਰੈਕਟੀਕਲ ਹੈ, ਅਤੇ ਜਾਂ ਇਸ ਸਾਰੇ ਨੂੰ ਤੁਸੀਂ ਕਿਸ ਪੁਆਇੰਟ ਆਫ ਵਿਊ ਐਕਸਪਲੇਨ ਕਰੋਗੇ? ਜੀ ਕੁਐਸਚਨ ਬੜਾ ਮੁਸ਼ਕਿਲ ਹੈ ਇਹ, ਕਿਉਂਕਿ ਜਿਵੇਂ ਤੁਸੀਂ ਪਹਿਲਾਂ ਮੈਂਸ਼ਨ ਕੀਤਾ, ਮੈਂ ਵੀ ਫਾਦਰ ਹਾਂ। ਜਿਹੜੀ ਚੀਜ਼ ਵੈਸਟਰਨ ਸੌਰ ਦੇ ਵਿੱਚ ਆ ਗਈ ਨਾ,
ਤੇ ਇਹ ਆ ਗਿਆ ਕਿ ਡਿਜ਼ਾਇਰ ਤੇ ਲਵ। ਹੁਣ ਲਵ ਦਾ ਮਤਲਬ ਕਿਸੇ ਨੇ ਸਮਝਾਇਆ ਨਹੀਂ ਹੈਗਾ, ਕਿਉਂਕਿ ਲਵ ਦੀ ਜਿਹੜੀ ਕੁਆਲਿਟੀ ਹੈਗੀ ਹੈ, ਜਿਹੜੀ ਤੁਸੀਂ ਆਪਣੇ ਫਰੈਂਡ ਦੀ ਗੱਲ ਕਰ ਰਹੇ ਸੀ, ਦੋਸਤ ਦੀ ਗੱਲ ਕਰ ਰਹੇ ਸੀ, ਮਿੱਤਰ ਦੀ, ਉੱਥੇ ਵੀ ਪਿਆਰ ਪੈਦਾ ਹੁੰਦਾ। ਉਹ ਪਿਆਰ ਜਿਹੜਾ ਹੈਗਾ ਉਹ ਹੈਗਾ, ਉਹ ਪਰਿਵਾਰਕ ਤੌਰ 'ਤੇ ਇੱਕ ਪਿਆਰ ਪੈਦਾ ਹੋ ਰਿਹਾ ਕਿ ਹਾਂ ਸਾਰਾ ਸਮਾਂ ਬਿਤਾਉਣਾ ਹੁਣ ਕਿਸੇ ਨਾਲ। ਜਿਹੜਾ ਲਵ ਦਾ ਕਨਸੈਪਟ ਹੈਗਾ ਵੈਸਟਰਨ ਤੌਰ ਦੇ ਵਿੱਚ, ਉਹ ਆਉਂਦਾ ਹੈਗਾ ਕਿ ਮੈਂ ਤੈਨੂੰ ਪਸੰਦ ਕੀਤਾ, ਤੂੰ ਮੈਨੂੰ ਪਸੰਦ ਕਰ ਲਿਆ, ਅਤੇ ਆਪਣੇ 'ਚ ਕੋਈ ਲਾਈਟ ਸਪਾਰਕਲ ਹੋ ਗਈ ਹੈ। ਇਹ ਜਿਹੜਾ ਸਪਾਰਕ ਹੈਗਾ ਇਹ ਲਵ ਹੈਗਾ। ਜਿੱਥੇ ਕਿ ਜੇ ਪਰਖਣ ਦੀ ਅੱਖ ਹੋਵੇ ਤਾਂ ਉੱਥੇ ਬੰਦਾ ਸਵਾਲ ਕਰੂਗਾ ਕਿ ਕਿੰਨੀ ਦੇਰ ਤੱਕ ਸਪਾਰਕ ਚੱਲੂਗਾ, ਕਿਉਂਕਿ ਅੱਖ ਸਪਾਰਕ ਨੇ ਕਿਤੇ ਬੰਦ ਹੋ ਜਾਣਾ। ਪਰ ਜਿਹੜਾ ਉਹ ਪਿਆਰ ਦੀ ਗਲੂ ਹੈਗੀ ਹੈ, ਉਹਦੇ ਲਈ ਮਿਹਨਤ ਕਰਨੀ ਪੈਂਦੀ ਹੈ। ਇੱਟਾਂ ਕੰਧਾਂ ਉੱਦਾਂ ਹੀ ਨਹੀਂ ਖੜ੍ਹਦੀਆਂ, ਸਾਨੂੰ ਪਤਾ ਕਿ ਸੀਮੈਂਟ ਲਾਉਣਾ ਪੈਂਦਾ, ਪਲਾਸਟਰ ਲਾਉਣਾ ਪੈਂਦਾ ਤਾਂ ਖੜ੍ਹਦੀਆਂ, ਨੀਹਾਂ ਤਾਂ ਚਾਹੀਦੀਆਂ ਨੇ। ਪਰ ਜਦੋਂ ਅਸੀਂ ਉਹ ਬੁਨਿਆਦ ਦੇਖੀਏ ਨਾ, ਤਾਂ ਉਹ ਵਿਜ਼ਨ ਜਿਹੜਾ ਹੈਗਾ ਉਹ ਮਿਸਿੰਗ ਹੈਗਾ। ਬਸ ਉਹੀ ਹੈਗਾ ਕਿ ਹਾਂ ਆਪਾਂ ਫਟਾਫਟ ਘਰ ਪਾ ਲਈਏ, ਅਤੇ ਉੱਥੇ ਉਹ ਜਿਹੜੀ ਇਨਸਟੈਂਟ ਡਿਜ਼ਾਇਰ ਹੈਗੀ ਆ, ਉਹਨੂੰ ਅਸੀਂ ਵੀ ਇੱਕ ਤਰ੍ਹਾਂ ਦੀ ਕਰਪਸ਼ਨ ਨਾਮ ਦੇ ਦਈਦਾ, ਅਸੀਂ ਕਹੀਦਾ ਲਵ ਹੈਗਾ। ਪਰ ਉਹ ਲਵ ਨਹੀਂ ਹੈਗਾ, ਉਹ ਗ੍ਰੈਟੀਫਿਕੇਸ਼ਨ ਹੈਗੀ ਹੈ ਕਿ ਮੈਨੂੰ ਆ ਚਾਹੀਦਾ ਅਤੇ ਤੇਰੇ ਕੋਲ ਹੈਗਾ, ਅਤੇ ਤੂੰ ਕਿ ਮੈਨੂੰ ਚਾਹੀਦਾ ਅਤੇ ਤੇਰੇ ਕੋਲ ਹੈਗਾ, ਆਪਾਂ ਦੋਨੋਂ ਕਰ ਲੈਂਦੇ ਹਾਂ, ਇਕੱਠੇ ਐਕਸਚੇਂਜ ਹੋ ਗਏ, ਇਕੱਠੇ ਬੈਠ ਜਾਂਦੇ। ਉੱਥੇ ਇਹ ਸੋਚਣਾ ਕਿ ਹਾਂ ਜੇ 10 ਸਾਲ ਨੂੰ ਆਪਾਂ ਕਿੱਥੇ ਬੈਠੇ ਹੋਵਾਂਗੇ, ਪਰਿਵਾਰ ਕਿੱਥੇ ਹੋਊਗਾ। ਕਿਉਂਕਿ ਜਿਹੜਾ ਪਰਿਵਾਰ ਸੀ ਨਾ, ਜਿਹੜੇ ਆਪਾਂ ਹੁਣ ਨਾਵਾਂ ਦਾ ਪਾਠ ਕਰਦੇ ਹਾਂ, ਤੁਸੀਂ ਜ਼ਿਆਦਾ ਇਸ ਬਾਰੇ ਜਾਣਦੇ ਹੋ ਕਿ ਤੁਸੀਂ ਦਰਸਾਉਂਦੇ ਹੋ ਕਿ ਉੱਥੇ ਦੇਖੋ ਜਿਹੜੀ ਸਾਰੀ ਸੰਗਤ ਬੈਠੀ ਹੈ ਨਾ, ਵਿਟਨੈਸ ਹੋ ਰਹੀ ਹੈ ਕਿ ਜਦੋਂ ਵੀ ਕਦੇ ਤੁਹਾਨੂੰ ਲੋੜ ਪਈ ਤਾਂ ਅਸੀਂ ਇੱਥੇ ਖੜ੍ਹੇ ਹੋਵਾਂਗੇ। ਸਿਰਫ ਇੰਨਾ ਹੀ ਨਹੀਂ ਕਿ ਅਸੀਂ ਇੱਥੇ ਖਾਣ ਆਏ ਹਾਂ ਅਤੇ ਪੈਸੇ ਦੇ ਕੇ ਚਲ ਜਾਣਾ, ਨਹੀਂ, ਅਸੀਂ ਇੱਥੇ ਖੜ੍ਹੇ ਹੋਵਾਂਗੇ ਤਾਂ ਕਿ ਤੁਹਾਨੂੰ ਕਦੇ ਬੈਠਣ ਦੀ ਲੋੜ ਨਾ ਪਵੇ, ਅਸੀਂ ਹਮੇਸ਼ਾ ਤੁਹਾਨੂੰ ਉੱਤੇ ਚੱਕਾਂਗੇ। ਸਪੋਰਟਿਵ ਸਟਰਕਚਰ, ਆਹ ਜਿਹੜਾ ਨੈਟਵਰਕ ਸੀਗਾ ਨਾ, ਇਹ ਮਿਸਿੰਗ ਹੋ ਗਿਆ ਡਾਇਸਪੋਰਾ ਦੇ ਵਿੱਚੋਂ। ਹੁਣ ਹੈਗਾ ਕਿ ਅਸੀਂ ਵੀ ਉਦਾਂ ਹੀ ਕਸਟਮ ਤੌਰ 'ਤੇ ਅਸੀਂ ਜਾ ਕੇ ਜਾ ਆਉਂਦੇ ਹਾਂ, ਉੱਥੇ ਰਿਸਪੋਂਸੀਬਿਲਿਟੀ ਨਹੀਂ ਅਸੀਂ ਕੋਈ ਲੈਂਦੇ ਹੈ ਕਿ ਵੀ ਤੁਹਾਡਾ ਸਕਸੈਸਫੁਲ ਹੋਵੇ ਨਾ, ਬਲਕਿ ਜੇ ਨਹੀਂ ਹੁੰਦਾ ਅਸੀਂ ਕਹਿੰਦੇ ਹਾਂ ਵੀ ਦੇਖਿਆ ਪਹਿਲਾਂ ਹੀ ਗਲਤ ਲੱਗਦੇ ਸੀ। ਪਰ ਅਸੀਂ ਉੱਥੇ ਜਿਵੇਂ ਤੁਸੀਂ ਕਹਿੰਦੇ ਵੀ ਉਹ ਸਰਦਰਦੀ ਜਿਹੜੀ ਹੁੰਦੀ ਸੀ ਵਿਚੋਲੇ ਦੀ, ਕਿਉਂਕਿ ਉਸੇ ਲਾਲਚ ਨਹੀਂ ਸੀਗਾ। ਉਹ ਹੁਣ ਲਾਲਚ ਤਾਂ ਵੀ ਮੇਰਾ ਤਾਂ ਕੰਮ ਹੋ ਗਿਆ, ਤੁਸੀਂ ਸੰਭਾਲੋ। ਨਾਲੇ ਨਾ ਜਿਹੜਾ ਹੈਗਾ ਅੱਜ ਦੀ ਤਾਰੀਖ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਸਾਡੇ ਰਿਸ਼ਤੇ ਨੇ ਉਹ ਰਿਸ਼ਤੇ ਨਹੀਂ ਰਹਿ ਗਏ। ਅਸਲ ਦੇ ਵਿੱਚ ਰਿਸ਼ਤੇ ਮੀਨ ਜਿਹੜੇ ਐਕਸਟੈਂਡਡ ਫੈਮਿਲੀ ਦੇ ਰਿਸ਼ਤੇ ਜਾਂ ਸਾਡੇ ਸੋਸ਼ਲ ਸਟਰਕਚਰ ਦੇ ਵਿੱਚ ਜਿਹੜੇ ਸਾਡੇ ਆਲੇ ਦੁਆਲੇ ਲੋਕ ਨੇ, ਉਹ ਲੋਕ ਇੱਕ ਤਰੀਕੇ ਦੇ ਨਾਲ ਸਾਡੇ ਮਤਲਬ ਸਾਡੇ ਸਫ਼ਰ ਨੂੰ ਆਸਾਨੀ ਦੇਣ ਦੀ ਬਜਾਏ ਸਫ਼ਰ ਦੇ ਵਿੱਚ ਮਦਦਗਾਰ ਹੋਣ ਦੇ ਤਮਾਸ਼ਬੀਨ ਬਣ ਗਏ ਨੇ। ਉਹ ਇੱਕ ਤਰੀਕੇ ਨਾਲ ਜਿਸ ਦਿਨ ਐਕਚੁਅਲੀ ਉਹ ਕਿਸੇ ਵਿਆਹ ਜਾਂ ਕਿਸੇ ਚੀਜ਼ ਨੂੰ ਵਿਟਨੈਸ ਕਰਨ ਵੀ ਆਉਂਦੇ ਨੇ, ਕਈ ਵਾਰੀ ਉਹ ਤਮਾਸ਼ਾ ਦੇਖਣ ਆਉਂਦੇ ਨੇ, ਕਈ ਵਾਰੀ ਉਹ ਇੱਕ ਤਰੀਕੇ ਨਾਲ ਤਮਾਸ਼ੇ ਦਾ ਕਨਸੈਪਟ ਬਣ ਚੁੱਕਾ ਹੈ। ਮੈਂ ਤੁਹਾਡਾ ਦੇਖ ਰਿਹਾ, ਤੁਸੀਂ ਮੇਰਾ ਦੇਖ ਰਹੇ ਹੋ, ਦੂਜੇ ਦਾ ਦੇਖ ਰਿਹਾ, ਤੀਜੇ ਦੇਖ ਰਿਹਾ, ਤੇ ਗੱਲਾਂ ਹੋ ਰਹੀਆਂ ਨੇ। ਰਿਲੇਸ਼ਨਸ਼ਿਪ ਡੀਲਿੰਗ ਜਿਹੜੀ ਹੈਗੀ ਹੈ ਉਹ ਇੱਕ ਦੂਜੇ ਤੋਂ ਲਰਨ ਕਰਨੀ, ਇੱਕ ਦੂਜੇ ਨੂੰ ਲਰਨ ਕਰਾਉਣੀ ਤੇ ਇੱਕ ਦੂਜੇ ਨੂੰ ਸਪੋਰਟ ਕਰਨੀ। ਦੈਟ ਇਜ਼ ਟੋਟਲੀ ਜਿਹੜੀ ਹੈਗੀ ਇੱਕ ਡਰਾਸਟਿਕ ਪਿਕਚਰ ਹੈ ਕਿ ਮਿਸਿੰਗ ਹੋ ਰਹੀ ਉਹ ਸਾਰੇ ਰੂਪ ਦੇ ਵਿੱਚ। ਤੁਸੀਂ ਜੋ ਗੱਲ ਕੀਤੀ ਹੈ ਤਮਾਸ਼ਾ, ਐਕਚੁਅਲੀ ਮੈਂ ਸੋਸ਼ਲ ਮੀਡੀਆ ਬਾਰੇ ਵੀ ਸੋਚ ਰਿਹਾ ਸੀ, ਕਿਉਂਕਿ ਤਮਾਸ਼ਾ ਅੱਗੇ ਹੁੰਦਾ ਸੀਗਾ ਕਿ ਜੇ ਫਿਲਮ ਬਣਦੀ ਸੀ ਨਾ ਤਾਂ ਸਾਰਾ ਪਰਿਵਾਰ ਬੈਠ ਕੇ ਦੇਖਦਾ ਸੀਗਾ। ਹੁਣ ਹੈਗਾ ਕਿ ਪਹਿਲਾਂ ਉਹ ਫਿਲਮ ਨੂੰ ਵੀ ਪ੍ਰੋਡਿਊਸ ਕੀਤਾ ਜਾਂਦਾ, ਵੀ ਇਟਸ ਲਾਈਕ ਅ ਬਾਲੀਵੁੱਡ ਮੂਵੀ, ਅਤੇ ਫਿਰ ਉਹੀ ਜੋ ਬਾਲੀਵੁੱਡ ਮੂਵੀ ਦਾ ਹੁੰਦਾ ਕਿ ਹਾਂ 1.5 ਘੰਟੇ 2 ਘੰਟੇ ਬਾਅਦ ਖਤਮ ਹੋ ਗਈ ਅਤੇ ਤਮਾਸ਼ਾ ਖਤਮ ਹੋ ਗਿਆ। ਅਤੇ ਸਮਟਾਈਮਜ਼ ਇਟ ਫੀਲਸ ਕਿ ਹਾਂ ਮੈਰਿਜ ਦਾ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਦੌਰ ਰਿਲੇਸ਼ਨਸ਼ਿਪ ਦੇ ਵਿੱਚ, ਉਹ ਇਹੀ ਹੋ ਗਿਆ ਕਿ ਹਾਂ ਆਪਾਂ ਸਾਰੇ ਤਮਾਸ਼ਾ ਦੇਖਣ ਚੱਲਾਂਗੇ, ਫਿਰ ਆਪਾਂ ਫਿਰ ਤਮਾਸ਼ਾ ਦੇਖਾਂਗੇ ਜਦੋਂ ਖਤਮ ਹੋ ਗਿਆ। ਸਾਡੇ ਰਿਸ਼ਤਿਆਂ ਨਾਤਿਆਂ ਸੰਬੰਧਾਂ ਦੇ ਅੰਦਰ ਗਰਮਾਹਟ ਰਹੇ, ਨਿੱਘ ਰਹੇ, ਪਿਆਰ ਰਹੇ, ਸਨੇਹ ਰਹੇ, ਖਲੂਸ ਰਹੇ, ਆਪਣਤ ਰਹੇ, ਮੁਹੱਬਤ ਰਹੇ, ਜਿਹੜਾ ਵੀ ਲਫ਼ਜ਼ ਕਹਿ ਲਵੋ ਤੁਸੀਂ, ਸਾਂਝ ਰਹੇ। ਇਹਦੇ ਲਈ ਸਾਨੂੰ ਸਾਰਿਆਂ ਨੂੰ ਯਤਨਸ਼ੀਲ ਹੋਣਾ ਚਾਹੀਦਾ ਆ।
ਮੇਰੀ ਜਾਚੇ ਤੁਸੀਂ ਮੇਰੇ ਬਾਬਤ ਬਾਇਸ ਕਹਿ ਸਕਦੇ ਹੋ ਮੈਨੂੰ, ਪਰ ਗੁਰਬਾਣੀ ਤੋਂ ਵਧੀਆ ਸਾਡੇ ਕੋਲ ਕੋਈ ਸੋਰਸ ਨਹੀਂ ਹੈਗਾ। ਜਿੱਥੋਂ ਮੈਂ ਬਾਤ ਸ਼ੁਰੂ ਕੀਤੀ ਸੀਗੀ ਕਿ ਪਿਤਾ ਆਪਣੇ ਪੁੱਤ ਨੂੰ ਇਹ ਕਹਿ ਸਕਦਾ ਆ ਕਿ ਪੂਤ ਕਾਹੇ ਕੋ ਝਗਰਤ ਹੋ ਸੰਗ ਬਾਪ। ਹਾਲਾਂਕਿ ਬਾਪ ਬੇਟੇ ਦਾ ਝਗੜਾ ਨਹੀਂ ਹੁੰਦਾ, ਇਹ ਇੱਕ ਤਰੀਕੇ ਦੇ ਨਾਲ ਸਿਜਣਾ ਹੁੰਦਾ ਆਪਣੇ ਆਪ ਨਾਲ, ਆਪਣੇ ਪਰਿਵਾਰ ਦੇ ਨਾਲ, ਪਰ ਫਿਰ ਵੀ ਕੁਝ ਚੀਜ਼ਾਂ ਪਾਪ ਵਿੱਚ ਕਨਵਰਟ ਹੋ ਜਾਂਦੀਆਂ ਨੇ। ਉਸ ਪਾਪ ਤੋਂ ਬਾਹਰ ਰਹਿਣਾ ਤੇ ਜੀਵਨ ਦੀਆਂ ਅੱਛਾਈਆਂ ਨੂੰ, ਚੰਗਿਆਈਆਂ ਨੂੰ, ਇਹਨਾਂ ਨੂੰ ਪਣਪਣਾ, ਪਾਲਣਾ, ਸੰਭਾਲਣਾ। ਤੇ ਫਿਰ ਜਿਹੜਾ ਬਾਣੀ ਦਾ ਬਚਨ ਹੈ, ਜਿਹਾ ਬੀਜੈ ਸੋ ਲੂਣਾ ਕਰਮਾ ਸੰਧੜਾ ਖੇਤ, ਕਿਆ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ। ਮਤ ਜਾਣੋ ਕੋਈ ਘਰ ਗਵਾਂਢੀ ਦੇ ਘਰ ਅੱਗ ਲੱਗੀ ਤਾਂ ਉੱਧਰ ਲੱਗੀ, ਤੁਹਾਡੇ ਘਰ ਵੀ ਪਹੁੰਚੇਗੀ। ਸੋ ਹਰ ਲੈਵਲ ਤੇ ਮਦਦਗਾਰ ਹੋਣਾ, ਇੱਕ ਦੂਸਰੇ ਦਾ ਹੱਥ ਫੜਨਾ, ਇੱਕ ਦੂਜੇ ਨੂੰ ਸਿੱਖਣਾ, ਸਿਖਾਉਣਾ। ਜੇ ਕਿਤੇ ਜਿੱਥੇ ਵੀ ਅਸੀਂ ਵਿਚਰਦੇ ਬੈਠਦੇ ਹੈਗੇ ਆ, ਅੱਜ ਅਸੀਂ ਮੈਂ ਤੇ ਬਹੁਤਾ ਨਹੀਂ ਪਾਰਟੀਆਂ ਵਗੈਰਾ ਤੇ ਜਾ ਪਾਉਂਦਾ ਕਿਉਂਕਿ ਉੱਥੇ ਬਹੁਤ ਸਾਰਾ ਸ਼ੋਰ ਸ਼ਰਾਬਾ, ਰੌਲਾ ਰੱਪਾ ਹੁੰਦਾ, ਮੈਂ ਆਲਮੋਸਟ ਜਾਂਦਾ ਹੀ ਨਹੀਂਗਾ। ਪਰ ਮੈਂ ਸੋਚਦਾ ਉਹਦੀ ਬਜਾਏ ਜੇ ਆਪਾਂ ਆਪਣੇ ਪਰਿਵਾਰਾਂ ਦੀ ਗੱਲ ਕਰੀਏ, ਸਾਂਝ ਕਰੀਜੈ ਗੁਣਹਿ ਕੇਰੀ ਛੋੜ ਅਵਗੁਣ ਚੱਲੀਏ। ਅਸੀਂ ਸਰਾਹੀਏ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਪਰਿਵਾਰਾਂ ਨੇ ਇੱਕ ਦੂਜੇ ਨੂੰ ਸੰਭਾਲਿਆ, ਕਦਰ ਕੀਤੀ। ਅਸੀਂ ਬਾਤ ਕਰੀਏ ਇੱਕ ਦੂਜੇ ਨੂੰ ਸਿੱਖਣ ਸਿਖਾਉਣ ਦੀ, ਤੇ ਡੈਫੀਨੇਟਲੀ ਅਸੀਂ ਇੱਕ ਉਚੇਰਾ ਚੰਗੇਰਾ ਸਮਾਜ ਉਸ ਨੂੰ ਉਸਾਰਾਂਗੇ ਤੇ ਇੱਕ ਚੰਗੇ ਪਰਿਵਾਰ ਦੇ ਅਸੀਂ ਮੈਂਬਰ ਬਣ ਕੇ ਅਤੇ ਜਿਹੜਾ ਸਿੱਖੀ ਪਰਿਵਾਰ ਆ ਉਹਦੀ ਸੇਵਾ ਕਰ ਰਹੇ ਹੋਵਾਂਗੇ। ਮੈਨੂੰ ਇਹ ਮਹਿਸੂਸ ਹੁੰਦਾ ਹੈਗਾ। ਆਪ ਸਮੂਹ ਨੇ ਸਾਡਾ ਪ੍ਰੋਗਰਾਮ ਦੇਖਿਆ, ਬੜਾ ਧੰਨਵਾਦ। ਵੀਰ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਲਗਾਤਾਰ ਸ਼ਮੂਲੀਅਤ ਪਾ ਰਹੇ ਨੇ, ਇਹਨਾਂ ਦਾ ਵੀ ਧੰਨਵਾਦ। ਸੋ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਰੈਪ ਅਪ ਕਰਦੇ ਹੈਗੇ ਆ। ਆਪ ਸਮੂਹ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।